2020 ਦੇ ਵਿੱਚ ਬਹੁਤ ਕੁਝ ਵਾਪਰਿਆ। ਇੱਕ ਸਾਲ ਦਾ ਵਕਫਾ ਬਹੁਤ ਹੁੰਦਾ। ਸ਼ੁਰੂਆਤ ਜਿਹੜੀ ਹੈ ਇਹਦੀ ਆਸਟ੍ਰੇਲੀਆ ਦੀਆਂ ਅੱਗਾਂ ਤੋਂ ਹੋਈ। ਆਸਟ੍ਰੇਲੀਆ ਦੇ ਵਿੱਚ ਭਿਆਨਕ ਜੰਗਲੀ ਅੱਗਾਂ ਲੱਗੀਆਂ, ਜਿਹਦੇ ਕਰਕੇ ਜਿੱਥੇ ਬਨਸਪਤੀ ਦਾ ਘਰਾਂ ਦਾ ਬਹੁਤ ਨੁਕਸਾਨ ਹੋਇਆ, ਉੱਥੇ ਜਿਹੜੀ ਸਭ ਤੋਂ ਵੱਡੀ ਗੱਲ ਸੀ ਕਿ ਉੱਥੇ ਜਿਹੜੇ ਜੰਗਲੀ ਜਾਨਵਰ ਸੀ ਉਹਨਾਂ ਦਾ ਬਹੁਤ ਨੁਕਸਾਨ ਹੋਇਆ। ਸਾਲ ਚੜ੍ਹਦਿਆਂ ਜਿਹੜੀ ਆ ਉਹ ਗੱਲਬਾਤ ਚੱਲਣ ਲੱਗ ਪਈ। ਸੋਸ਼ਲ ਮੀਡੀਆ ਦੇ ਉੱਤੇ ਬੜਾ ਇਹ ਟਰੈਂਡਿੰਗ ਰਿਹਾ ਮਸਲਾ। ਜਾਨਵਰਾਂ ਦੀਆਂ ਅਜਿਹੀਆਂ ਫੋਟੋਆਂ ਉੱਥੋਂ ਆਈਆਂ ਕਿ ਲੋਕਾਂ ਦੇ ਦਿਲ ਦਹਿਲ ਗਏ। ਅਤੇ ਸ਼ੁਰੂਆਤ ਹੀ ਜਿਹੜੀ ਆ ਕੁਝ ਅਜਿਹੀ ਸੀਗੀ, ਲੋਕ ਉਦੋਂ ਹੀ ਕਹਿਣ ਲੱਗ ਪਏ ਕਿ 2020 ਦੀ ਸ਼ੁਰੂਆਤ ਜਿਹੜੀ ਆ ਉਹ ਕੋਈ ਬਹੁਤਾ ਨਹੀਂ ਵਧੀਆ ਨਹੀਂ ਹੋਈ। ਅਤੇ ਲਗਭਗ ਇਹੀ ਹਾਲ ਗਰਮੀਆਂ ਦੇ ਵਿੱਚ ਕੈਲੀਫੋਰਨੀਆ ਦਾ ਵੀ ਰਿਹਾ। ਕੈਲੀਫੋਰਨੀਆ ਦੇ ਵਿੱਚ ਅੱਗਾਂ ਨੇ ਤਬਾਹੀ ਮਚਾਈ ਰੱਖੀ। ਅੱਗਾਂ ਹਰ ਸਾਲ ਲੱਗਦੀਆਂ ਨੇ, ਪਰ ਇਸ ਸਾਲ ਦੀਆਂ ਅੱਗਾਂ ਜਿਹੜੀਆਂ ਆ ਪਿਛਲੇ ਸਾਲਾਂ ਦੇ ਸਾਰੇ ਰਿਕਾਰਡ ਜਿਹੜੇ ਆ ਤੋੜ ਗਈਆਂ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸੇ ਤਰੀਕੇ ਜਿਹੜੇ ਗੁਆਂਢੀ ਅਮਰੀਕਨ ਸੂਬੇ ਆ, ਵਾਸ਼ਿੰਗਟਨ, ਪੋਰਟਲੈਂਡ, ਉਹਦੇ ਵਿੱਚ ਵੀ ਅੱਗਾਂ ਲੱਗਦੀਆਂ। ਪਰ ਇਸ ਸਾਲ ਅੱਗਾਂ ਜਿਹੜੀਆਂ ਆ ਪਿਛਲੇ ਸਾਲ ਨਾਲੋਂ ਇਹਨਾਂ ਇਲਾਕਿਆਂ ਵਿੱਚ ਘੱਟ ਸੀਗੀਆਂ। ਅਤੇ 2020 ਦੀ ਸਭ ਤੋਂ ਵੱਡੀ ਖਬਰ ਕਰੋਨਾ। ਕਿਸੇ ਦੇ ਚੇਤੇ ਵੀ ਨਹੀਂ ਸੀ ਕਿ ਇੱਕ ਨਿੱਕਾ ਜਿਹਾ ਵਾਇਰਸ ਜਿਹੜਾ ਤੁਸੀਂ ਨੰਗੀ ਅੱਖ ਨਾਲ ਦੇਖ ਨਹੀਂ ਸਕਦੇ, ਉਹ ਦੁਨੀਆ ਦੇ ਵਿੱਚ ਐਡੀ ਵੱਡੀ ਤਬਾਹੀ ਮਚਾ ਦਊਗਾ ਕਿ ਸਾਰਾ ਕੁਛ ਬੰਦ ਹੋ ਜਾਊਗਾ। ਸ਼ਾਇਦ ਬਹੁਤਿਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਸਾਰਾ ਕੁਛ ਬੰਦ ਹੋਇਆ ਦੇਖਿਆ। ਬਾਰਡਰ ਬੰਦ ਹੋ ਗਏ, ਹਵਾਈ ਜਹਾਜ਼, ਸਮੁੰਦਰੀ ਜਹਾਜ਼ ਬੰਦ ਹੋ ਗਏ। ਲੋਕ ਜਿਹੜੇ ਆ ਸੈਲਾਨੀ ਜਹਾਜ਼ਾਂ ਦੇ ਵਿੱਚ ਜਿਹੜੇ ਕਰੂਜ਼ ਹੈਗੇ ਉਹਨਾਂ ਦੇ ਵਿੱਚ ਘਿਰ ਗਏ। ਅਤੇ ਬਹੁਤ ਹੀ ਇੱਕ ਮਹਾਂਮਾਰੀ ਵਾਲਾ ਰੂਪ ਜਿਹੜਾ ਉਹ ਸਾਰਿਆਂ ਨੇ ਦੇਖਿਆ। ਚਾਈਨਾ ਦੇ ਸ਼ਹਿਰ ਵੂਹਾਨ ਤੋਂ ਇਹ ਵਾਇਰਸ ਦਾ ਫੈਲਾਅ ਸ਼ੁਰੂ ਹੋਇਆ। ਪਹਿਲਾਂ ਵੀ ਬਹੁਤ ਸਾਰੇ ਵਾਇਰਸ ਜਿਹੜੇ ਆ ਤਰ੍ਹਾਂ ਦੇ, ਚਾਹੇ ਉਹ ਸਾਰਸ ਸੀਗਾ, ਚਾਹੇ H1N1 ਸੀਗਾ, ਆਉਂਦੇ ਰਹੇ ਆ। ਉਹਨਾਂ ਦੀਆਂ ਗੱਲਾਂ ਬਾਤਾਂ ਚੱਲਦੀਆਂ ਰਹੀਆਂ, ਸਰਕਾਰਾਂ ਟੀਕੇ ਖਰੀਦਦੀਆਂ ਰਹੀਆਂ, ਪਰ ਕਦੀ ਆਮ ਲੋਕਾਂ ਦੇ ਉੱਤੇ ਉਹਨਾਂ ਦਾ ਇੰਨਾ ਅਸਰ ਨਹੀਂ ਸੀ ਪਿਆ ਕਿ ਸਾਰੀ ਜ਼ਿੰਦਗੀ ਜਿਹੜੀ ਆ ਉਹ ਉੱਪਰ ਥੱਲੇ ਹੋ ਜਾਵੇ। ਲੋਕਾਂ ਨੇ ਇੱਦਾਂ ਹੀ ਸਮਝਿਆ ਸੀ ਵੀ ਕਰੋਨਾ ਵੀ ਸ਼ਾਇਦ ਉਹੀ ਚੀਜ਼ ਆ, ਆਪੇ ਜਿਹੜਾ ਠੀਕ ਹੋ ਜਾਣਾ। ਪਰ ਇਹ ਸ਼ਾਇਦ ਅੰਦਾਜ਼ਾ ਗਲਤ ਨਿਕਲਿਆ। ਵੂਹਾਨ ਤੋਂ ਸ਼ੁਰੂ ਹੋਈ ਜਿਹੜੀ ਗੱਲ ਆ ਉਹ ਮੁੜ ਕੇ ਇੰਨੀ ਫੈਲੀ ਕਿ ਸ਼ਾਇਦ ਹੀ ਦੁਨੀਆ ਦਾ ਕੋਈ ਮੁਲਕ ਜਿਹੜਾ ਬਚਿਆ ਜਿੱਥੇ ਕਿ ਇਸ ਵਾਇਰਸ ਨੇ ਕਿਸੇ ਨਾ ਕਿਸੇ ਵਿਅਕਤੀ ਦੀ ਜਾਨ ਨਾ ਲਈ ਹੋਵੇ। ਅਮਰੀਕਾ ਜਿਹੜਾ ਕਿ ਆਪਣੇ ਆਪ ਨੂੰ ਬਹੁਤ ਵੱਡੀ ਸੁਪਰ ਪਾਵਰ ਸਮਝਦਾ ਨਹੀਂ ਹੈਗਾ ਆ, ਪਰ ਟੈਕਨੋਲੋਜੀ ਦੇ ਮਾਮਲੇ ਵਿੱਚ ਬਹੁਤ ਅੱਗੇ ਆ, ਉਹ ਵੀ ਹੱਥ ਖੜ੍ਹੇ ਕਰ ਗਿਆ। ਬਹੁਤ ਸਾਰੀਆਂ ਮੌਤਾਂ ਜਿਹੜੀਆਂ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਮਰੀਕਾ 'ਚ ਹੋਈਆਂ। ਜਿਹੜੇ ਹੋਰ ਵਿਕਾਸਸ਼ੀਲ ਮੁਲਕ ਨੇ ਜਾਂ ਗਰੀਬ ਮੁਲਕ ਨੇ, ਉੱਥੇ ਤਾਂ ਕੋਈ ਮੌਤਾਂ ਦਾ ਅੰਤ ਹੀ ਨਹੀਂ ਰਿਹਾ। ਸੋ ਕੁੱਲ ਮਿਲਾ ਕੇ ਹਾਲੇ ਵੀ ਕਰੋਨਾ ਦਾ ਜਿਹੜਾ ਕਹਿਰ ਆ ਉਹ ਜਾਰੀ ਆ। ਵਪਾਰ ਬੰਦ ਹੋ ਗਏ, ਬਾਰਡਰ ਬੰਦ ਹੋ ਗਏ। ਕੈਨੇਡਾ ਅਮਰੀਕਾ ਬਾਰਡਰ ਜਿਹੜਾ ਕਦੀ ਬੰਦ ਨਹੀਂ ਸੀ ਹੋਇਆ, ਪਿਛਲੇ ਕਈ ਮਹੀਨਿਆਂ ਤੋਂ ਬੰਦ ਹੈਗਾ। ਦੋਹਾਂ ਮੁਲਕਾਂ ਦੇ ਜਿਹੜੇ ਵਸਿੰਦੇ ਆ ਉਹ ਇੱਧਰ ਉੱਧਰ ਜਾਣ ਨੂੰ ਤਰਸੇ ਪਏ ਆ ਕਿ ਇੱਕ ਵਾਰੀ ਫਿਰ ਜਾਈਏ, ਨਜ਼ਦੀਕੀਆਂ ਨੂੰ ਮਿਲੀਏ, ਪਰ ਉਹ ਸੰਭਵ ਨਹੀਂ ਹੋ ਰਿਹਾ। ਸੋ ਉਸ ਤੋਂ ਬਾਅਦ ਦੇ ਵਿੱਚ ਜਾਨੀ ਮਾਲੀ ਨੁਕਸਾਨ ਬਹੁਤ ਵੱਡੇ ਹੋਏ ਆ। ਜੇ ਆਪਾਂ ਫਾਈਨੈਂਸ਼ੀਅਲ ਨੁਕਸਾਨਾਂ ਦੀ ਗੱਲ ਕਰੀਏ ਤਾਂ ਇੰਨੀ ਵੱਡੀ ਗਿਣਤੀ ਦੇ ਵਿੱਚ ਸਰਕਾਰਾਂ ਵੱਲੋਂ ਪੈਸੇ ਵੰਡੇ ਗਏ ਕਿ ਰਿਜ਼ਰਵ ਜਿਹੜੇ ਆ ਉਹ ਮੁਕਾ ਲਏ ਗਏ ਆ। ਉਹ ਰਿਜ਼ਰਵ ਮੁੱਕ ਕੇ ਕਿੱਦਾਂ ਭਰਨੇ ਆ, ਕਿਉਂਕਿ ਇਹ ਗੱਲ ਸੋਚਣ ਵਾਲੀ ਆ ਕਿ ਸਰਕਾਰਾਂ ਦੇ ਖੁਦ ਕੋਲ ਕੋਈ ਪੈਸਾ ਨਹੀਂ ਹੁੰਦਾ। ਲੋਕਾਂ ਦੇ ਟੈਕਸ ਦੇ ਨਾਲ ਹੀ ਜਿਹੜੇ ਰਿਜ਼ਰਵ ਭਰਦੇ ਆ, ਉਹਨਾਂ ਰਿਜ਼ਰਵ ਨੂੰ ਦੁਬਾਰਾ ਭਰਨ ਦੇ ਵਾਸਤੇ ਕਈ ਸਾਲ ਲੱਗਣਗੇ। ਅਤੇ ਹਾਲੇ ਵੀ ਕੋਈ ਮੂਹਰੇ ਆਸ ਤੈਸ ਨਹੀਂ ਰਹੀ ਕਿ ਕਦੋਂ ਮੁੱਕਣਾ ਆ। ਕੋਈ ਪੱਕੀ ਡੈਡਲਾਈਨ ਜਿਹੜੀ ਆ ਉਹ ਇਹਦੀ ਨਹੀਂ ਹੈਗੀ। ਹਾਲਾਂਕਿ ਵੈਕਸੀਨ ਬਣ ਗਿਆ ਆ, ਪਰ ਵੈਕਸੀਨ ਦੇ ਨਾਲ ਦੀ ਨਾਲ ਅਜਿਹੀਆਂ ਖਬਰਾਂ ਵੀ ਆ ਰਹੀਆਂ ਕਿ ਉਹ ਕੰਮ ਨਹੀਂ ਕਰ ਰਿਹਾ, ਕਿਸੇ 'ਤੇ ਅਸਰ ਕਰ ਰਿਹਾ, ਕਿਸੇ 'ਤੇ ਨਹੀਂ ਕਰ ਰਿਹਾ। ਵਾਇਰਸ ਆਪਣੇ ਆਪ ਦੇ ਵਿੱਚ ਕਮਜ਼ੋਰ ਵੀ ਹੋਇਆ। ਪਹਿਲੀਆਂ ਦੇ ਵਿੱਚ ਜਿੰਨਾ ਅਸਰ ਕਰਦਾ ਸੀਗਾ ਉਨਾ ਹੁਣ ਅਸਰਦਾਰ ਨਹੀਂ ਰਿਹਾ। ਪਹਿਲਾਂ ਲੋਕ ਜ਼ਿਆਦਾ ਮਰੇ ਆ ਜਦੋਂ ਇਹ ਜ਼ਿਆਦਾ ਇਹਦਾ ਪ੍ਰਕੋਪ ਸੀਗਾ। ਹੁਣ ਮੌਤਾਂ ਦੀ ਗਿਣਤੀ ਉਨੀ ਨਹੀਂ ਹੈਗੀ, ਪਰ ਨਾਲ ਦੀ ਨਾਲ ਜਿਹੜਾ ਕਿ ਦੂਜਾ ਰੂਪ ਇਹਦਾ ਬਣ ਗਿਆ। ਕਰੋਨਾ ਵਾਇਰਸ 2 ਜਿਹੜਾ ਆ ਉਹ ਮਿਊਟੇਟ ਹੋ ਕੇ ਯੂਰਪ ਦੇ ਵਿੱਚੋਂ, ਇੰਗਲੈਂਡ ਦੇ ਵਿੱਚੋਂ ਫੈਲਣਾ ਸ਼ੁਰੂ ਹੋਇਆ। ਉਹੀ ਲੋਕਡਾਊਨ ਵਾਲੀਆਂ ਗੱਲਾਂ ਜਿਹੜੀਆਂ ਦੁਬਾਰਾ ਚੱਲ ਪਈਆਂ। ਇੰਗਲੈਂਡ ਦੇ ਵਿੱਚ ਫਿਰ ਲੋਕਡਾਊਨ ਹੋਣ ਜਾ ਰਿਹਾ। ਹੋਰ ਯੂਰਪ ਦੇ ਵਿੱਚ, ਇਟਲੀ ਦੇ ਵਿੱਚ, ਜਰਮਨ ਦੇ ਵਿੱਚ ਲੋਕਡਾਊਨ ਕੁਝ ਤਾਂ ਹੋ ਗਏ ਆ, ਕੁਝ ਤਾਂ ਵਧਣ ਜਾ ਰਹੇ ਆ। ਸੋ ਇਹ ਸਾਰੇ ਦੇ ਦੌਰਾਨ ਬਹੁਤ ਕੁਝ ਨਵਾਂ ਜਿਹੜਾ ਵਾਪਰਿਆ। ਲੋਕ ਜਿਹੜੇ ਆ ਉਹ ਕਹਿੰਦੇ ਸੀ ਕਿ ਸਾਡਾ ਕਿਸੇ ਦੇ ਨਾਲ ਮਿਲੇ ਬਿਨਾਂ ਸਰਦਾ ਨਹੀਂ, ਅਤੇ ਉਹ ਦੇਖ ਲਓ ਹੁਣ ਘਰੋਂ ਘਰੀ ਆਪਣੇ ਬੈਠੇ ਆ। ਨਵੇਂ ਲਫ਼ਜ਼ ਜਿਹੜੇ ਸੁਣੇ, ਜਿਹੜੇ ਕਿ ਪਹਿਲਾਂ ਟੈਕਨੋਲੋਜੀ ਵਰਤਣ ਵਾਲਿਆਂ ਨੇ ਸੁਣੇ ਸੀਗੇ। ਜ਼ੂਮ ਮੀਟਿੰਗ ਕੀ ਹੁੰਦੀ ਆ, ਵੈਬੀਨਾਰ ਕੀ ਹੁੰਦਾ ਆ, ਇਹ ਆਮ ਲੋਕਾਂ ਨੂੰ ਪਤਾ ਲੱਗ ਗਿਆ। ਸੋ ਟੈਕਨੋਲੋਜੀ ਨੇ ਵੀ ਨਵੇਂ ਦਿਸ਼ਾਦੇ ਸਰ ਕੀਤੇ। ਸੋ 2021 ਦੇ ਵਿੱਚ ਇਹ ਕੰਮ ਸੂਤ ਆ ਜਾਵੇ, ਇਹੀ ਅਰਦਾਸ ਹੈਗੀ ਆ। ਪਹਿਲੇ ਕੁਝ ਮਹੀਨੇ ਲੱਗਦਾ ਨਹੀਂ ਕਿ ਹਜੇ 2020 ਵਰਗੇ ਰਹਿਣਗੇ, ਪਰ 2021 ਦਾ ਜਿਹੜਾ ਪਿਛਲੇ 6 ਮਹੀਨੇ ਆ ਉਹ ਚੰਗੇ ਨਿਕਲ ਜਾਣ, ਕਿਸੇ ਤਰੀਕੇ ਇਹ ਅੰਤ ਹੋ ਜਾਵੇ ਮਹਾਂਮਾਰੀ ਦਾ, ਇਹੀ ਅਰਦਾਸ ਆ। ਸੋ ਇਸ ਦੇ ਨਾਲ ਹੀ ਅਮਰੀਕਾ ਦੇ ਵਿੱਚ ਬਲੈਕ ਲਾਈਵਜ਼ ਮੈਟਰ ਦਾ ਮੁੱਦਾ ਜਿਹੜਾ ਆ ਉਹ ਬਹੁਤ ਵੱਡੀ ਪੱਧਰ ਦੇ ਉੱਤੇ ਇਸ ਸਾਲ ਉੱਭਰਿਆ।
ਪਹਿਲਾਂ ਵੀ ਗੱਲਾਂ ਚੱਲਦੀਆਂ ਰਹੀਆਂ ਕਿ ਅਮਰੀਕਾ ਦੇ ਵਿੱਚ ਰੰਗਦਾਰ ਲੋਕਾਂ ਦੇ ਨਾਲ ਬਹੁਤ ਵੱਡੀ ਪੱਧਰ 'ਤੇ ਨਸਲਵਾਦ ਕੀਤਾ ਜਾਂਦਾ, ਹਰ ਮੁਲਕ ਵਿੱਚ ਹੁੰਦਾ, ਕੈਨੇਡਾ ਦੇ ਵਿੱਚ ਵੀ ਹੁੰਦਾ। ਪਰ ਉਸ ਦੇ ਨਾਲ ਕੀ ਸੀ ਕਿ ਇੱਕ ਲਾਵਾ ਜਿਹੜਾ ਬਣਿਆ ਹੋਇਆ ਸੀ ਜਾਰਜ ਫਲੋਇਡ ਦੀ ਮੌਤ ਤੋਂ ਬਾਅਦ ਐਸਾ ਫੁੱਟਿਆ ਕਿ ਉਹਨੇ ਬਹੁਤ ਸਾਰੇ ਵੱਡੇ ਜਿਹੜੇ ਆ ਲੋਕ ਨਾਲ ਜੋੜ ਲਏ। ਇਕੱਲੇ ਕਾਲੇ ਲੋਕ ਨਹੀਂ, ਹੋਰ ਰੰਗਦਾਰ ਲੋਕ, ਇੱਥੋਂ ਤੱਕ ਕਿ ਵਾਈਟ ਲੋਕ ਜਿਹੜੇ ਉਹ ਵੀ ਨਾਲ ਖੜੇ ਹੋ ਗਏ। ਅਤੇ ਟਰੰਪ ਉਹਨਾਂ ਦਾ ਇਸ ਮਾਮਲੇ ਨੂੰ ਲੈ ਕੇ ਵਿਰੋਧ ਵੀ ਬਹੁਤ ਹੋਇਆ। ਰੋਸ ਪ੍ਰਦਰਸ਼ਨ ਏਡੀ ਵੱਡੀ ਪੱਧਰ ਦੇ ਉੱਤੇ ਹੋਏ ਕਿ ਦੁਨੀਆ ਭਰ ਦੇ ਵਿੱਚੋਂ ਸੁਰਖੀਆਂ ਬਣੇ। ਵੱਡੀ ਪੱਧਰ ਦੇ ਉੱਤੇ ਲੋਕ ਪਹਿਲੀ ਵਾਰੀ ਇਕੱਠੇ ਹੋ ਕੇ ਨਸਲਵਾਦ ਦੇ ਉਲਟ ਖੜੇ ਹੋਏ। ਦੁਨੀਆ ਭਰ ਦੇ ਵਿੱਚੋਂ ਲੋਕਾਂ ਨੇ ਉਹਨਾਂ ਨੂੰ ਸਮਰਥਨ ਦਿੱਤਾ ਅਤੇ ਇਹੀ ਇੱਕ ਕਾਰਨ ਬਣਿਆ ਕਿ ਰਾਸ਼ਟਰਪਤੀ ਟਰੰਪ ਜਿਹੜੇ ਆ ਉਹ ਚੋਣ ਹਾਰੇ। ਉਹ ਇੱਕ ਵੱਡਾ ਕਾਰਨ ਸੀਗਾ ਕਿ ਲੋਕ ਜਿਹੜੇ ਉਹਨਾਂ ਦੀਆਂ ਨੀਤੀਆਂ ਦੇ ਉਲਟ ਹੋ ਗਏ। ਨਹੀਂ ਤਾਂ ਲੋਕ ਸਮਝਦੇ ਸੀਗੇ ਕਿ ਉਹਨਾਂ ਨੂੰ ਸ਼ਾਇਦ ਕੋਈ ਹਰਾ ਨਹੀਂ ਸਕਦਾ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਖਬਰ ਸੀ। ਅਮਰੀਕਨ ਚੋਣਾਂ ਲੱਗਦਾ ਨਹੀਂ ਸੀ ਕਿ ਟਰੰਪ ਉਹਨੀ ਹਾਰ ਜਾਣਗੇ, ਅਤੇ ਪਰ ਫਿਰ ਵੀ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਉਲਟ ਭੁਗਤ ਕੇ, ਹਾਲਾਂਕਿ ਜੋ ਬਾਈਡਨ ਬੜੇ ਕਮਜ਼ੋਰ ਉਮੀਦਵਾਰ ਦੱਸੇ ਜਾ ਰਹੇ ਸੀਗੇ, ਉਹਨਾਂ ਨੂੰ ਜਿਤਾ ਦਿੱਤਾ। ਅਤੇ ਇਹ ਵੀ ਸ਼ਾਇਦ ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਕਿ ਕੋਈ ਰਾਸ਼ਟਰਪਤੀ ਹਾਰਨ ਤੋਂ ਬਾਅਦ ਮੰਨ ਨਹੀਂ ਸੀ ਰਿਹਾ ਕਿ ਮੈਂ ਹਾਰਿਆ। ਮਸਾਂ ਜਾ ਕੇ ਹੁਣ ਉਹ ਟਿਕੇ ਆ, ਅਤੇ ਇਹ ਕਹਿ ਸਕਦੇ ਹਾਂ ਕਿ ਹੁਣ ਮੰਨਣ ਲੱਗੇ ਆ ਕਿ ਹਾਂ ਮੈਂ ਹਾਰਿਆ। ਹੌਲੀ ਹੌਲੀ ਟਰਾਂਜੀਸ਼ਨ ਜਿਹੜੀ ਆ ਸ਼ੁਰੂ ਹੋਈ ਹੈ। ਸਾਡੇ ਲੋਕਲ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਚੋਣਾਂ ਹੋਈਆਂ। ਸਾਡੇ ਮਿਨੋਰਟੀ ਗੌਰਮੈਂਟ ਚੱਲ ਰਹੀ ਸੀ NDP ਅਤੇ ਗ੍ਰੀਨ ਪਾਰਟੀ ਦੀ। ਚੋਣਾਂ ਦੁਬਾਰਾ ਹੋਈਆਂ, ਲੋਕਾਂ ਨੇ ਮੈਜੋਰਟੀ ਸਰਕਾਰ NDP ਦੀ ਜਿਹੜੀ ਆ ਉਹ ਬਣਾ ਦਿੱਤੀ। ਕੈਨੇਡਾ ਅਤੇ ਅਮਰੀਕਾ ਦੇ ਵਿੱਚ ਕੁੱਲ ਮਿਲਾ ਕੇ ਘਰਾਂ ਦੀ ਮਾਰਕੀਟ ਬਹੁਤ ਗਰਮ ਰਹੀ। ਹਾਲੇ ਕਿ ਭਵਿੱਖਬਾਣੀਆਂ ਇਹੀ ਸੀਗੀਆਂ ਕਿ ਕਰੋਨਾ ਦੇ ਕਾਰਨ ਜੀ ਮਾਰਕੀਟ ਕਲੈਪਸ ਹੋ ਜਾਣੀ ਆ, ਪਰ ਜਿਹੜੀਆਂ ਇਹ ਭਵਿੱਖਬਾਣੀਆਂ ਸੀਗੀਆਂ ਆਪਣੇ ਆਪ ਹੀ ਮੁੱਦੇ ਮੂੰਹ ਡਿੱਗ ਪਈਆਂ ਅਤੇ ਘਰਾਂ ਦੀਆਂ ਕੀਮਤਾਂ ਜਿਹੜੀਆਂ ਆ ਉਹ ਬਹੁਤ ਜ਼ਿਆਦਾ ਵੱਧ ਗਈਆਂ, ਕੈਨੇਡਾ ਦੇ ਵਿੱਚ ਵੀ, ਅਮਰੀਕਾ ਦੇ ਵਿੱਚ ਵੀ। ਅਤੇ ਕੈਨੇਡਾ ਦੇ ਵਿੱਚ ਜਿਹੜੀ ਗਾਂਹ ਦੀ ਭਵਿੱਖਬਾਣੀ ਆ ਰਾਇਲ ਲੀਪੇਜ ਵੱਲੋਂ ਉਹ ਵੀ ਇਹੀ ਆ ਕਿ ਜਿਹੜਾ ਪੂਰਾ ਕੈਨੇਡਾ ਇਹਦੇ ਵਿੱਚ 5.5% ਦੇ ਕਰੀਬ ਕੀਮਤਾਂ ਹੋਰ ਵੱਧ ਜਾਣੀਆਂ ਆ। ਵਿਆਜ ਦਰਾਂ ਜਿਹੜੀਆਂ ਇਸ ਸਾਲ ਵੀ ਇੱਥੇ ਟਿਕੀਆਂ ਹੀ ਰਹਿਣੀਆਂ ਘੱਟ ਰੇਟਾਂ ਦੇ ਉੱਤੇ ਹੀ। ਅਤੇ ਇਕੱਲੇ BC ਦੇ ਵਿੱਚ ਘਰਾਂ ਦੀਆਂ ਕੀਮਤਾਂ ਜਿਹੜੀਆਂ 9% ਵਧਣ ਦੀ ਜਿਹੜੀ ਗੱਲ ਆ ਉਹ ਕਹੀ ਗਈ ਆ। ਸੋ ਇਸ ਸਾਰੇ ਦੌਰਾਨ ਬੰਬ ਧਮਾਕੇ ਦੁਨੀਆ ਦੇ ਵਿੱਚ, ਹਮਲੇ, ਪਲੇਨ ਕਰੈਸ਼, ਐਕਸੀਡੈਂਟ, ਅਤੇ ਇਸ ਦੇ ਨਾਲ ਦੀ ਨਾਲ ਬਹੁਤ ਸਾਰੀਆਂ ਅੱਤਵਾਦੀ ਕਾਰਵਾਈਆਂ, ਲੋਕਾਂ ਨੂੰ ਲਿਵਾਰਸ ਬਣਾਉਣ ਦੇ ਵਾਸਤੇ ਜਿਹੜਾ ਆ ਕੰਮ ਹੁੰਦਾ ਰਿਹਾ, ਅਨਾਥ ਹੁੰਦੇ ਰਹੇ ਆ ਲੋਕ। ਸੋ ਹਰੇਕ ਮੁਲਕ ਦੇ ਵਿੱਚ ਕੁਛ ਨਾ ਕੁਛ ਜਿਹੜਾ ਹੁੰਦਾ ਰਿਹਾ। ਜੇ ਆਪਾਂ ਦੁਨੀਆ ਪੱਧਰ 'ਤੇ ਗੱਲ ਕਰੀਏ ਕਿ ਪੱਛਮੀ ਦੇਸ਼ਾਂ ਦਾ ਚੀਨ ਦੇ ਨਾਲ ਜਿਹੜਾ ਤਣਾਅ ਆ ਉਹ ਸਿਖਰਾਂ 'ਤੇ ਪਹੁੰਚ ਗਿਆ। ਇੱਕ ਜਿਹੜੀ ਠੰਡੀ ਮਿੱਠੀ ਜੰਗ ਚੱਲ ਰਹੀ ਸੀ ਉਹ ਖੁੱਲ੍ਹ ਕੇ ਟਰੰਪ ਸਾਹਿਬ ਨੇ ਸਾਹਮਣੇ ਲੈ ਆਂਦੀ। ਚੀਨ ਨੂੰ ਅੱਖਾਂ ਦਿਖਾਈਆਂ ਪੂਰੀ ਦੁਨੀਆ, ਟਰੰਪ ਸਾਹਿਬ ਦੇ ਨਾਲ ਪੱਛਮੀ ਮੁਲਕ ਖੜ੍ਹ ਗਏ। ਚੀਨ ਆਪਣੇ ਆਪ ਦੇ ਵਿੱਚ ਬਹੁਤ ਸਟਰੋਂਗ ਹੋ ਗਿਆ। ਸੋ ਇੱਕ ਹੁਣ ਜਿਹੜੀ ਇਸ ਸਾਲ 2021 ਦੇ ਵਿੱਚ ਵੱਡੀ ਗੱਲ ਹੋਣੀ ਆ ਉਹ ਇਹੀ ਹੋਣੀ ਆ ਕਿ ਪਾਵਰ ਦੀ ਖਿੱਚ ਧੂ। ਹੁਣ ਤੱਕ ਜਿਹੜੀ ਆ ਪਿਛਲੇ ਤਕਰੀਬਨ 100 ਸਾਲ ਤੋਂ ਪਾਵਰ ਅਮਰੀਕਾ ਕੋਲ ਰਹੀ ਆ, ਗਾਹਾਂ ਚੀਨ ਜਿਹੜਾ ਉਹਦੇ 'ਤੇ ਦਾਅਵਾ ਜਤਾ ਰਿਹਾ। ਅਤੇ ਪਾਵਰ ਸਟਰਗਲ ਦੇ ਵਿੱਚ 2021 ਵਿੱਚ ਅਮਰੀਕਾ ਅਤੇ ਚੀਨ ਵਿੱਚ ਕੀ ਵਾਪਰਦਾ ਆ, ਕੌਣ ਹੱਥ ਆਪਣਾ ਉੱਪਰ ਲਿਜਾਂਦਾ ਆ, ਵਪਾਰ ਕਿਵੇਂ ਪ੍ਰਭਾਵਿਤ ਹੁੰਦੇ ਆ, ਇਹ ਗੱਲਾਂ ਬਹੁਤ ਦੇਖਣ ਵਾਲੀਆਂ ਹੋਣੀਆਂ ਆ। ਭਾਰਤ ਅਤੇ ਚੀਨ ਸਾਰਾ ਸਾਲ ਜਿਹੜਾ ਆ ਉਹ ਇੱਕ ਦੂਜੇ ਨੂੰ ਅੱਖਾਂ ਦਿਖਾਉਂਦੇ ਰਹੇ ਆ। ਕੁਝ ਹਿੰਸਕ ਜੰਗਾਂ ਹੋਈਆਂ, ਵਿੱਚ ਕੁਝ ਫੌਜੀ ਮਾਰੇ ਵੀ ਗਏ ਆ। ਜੋ ਬਾਈਡਨ ਦੇ ਆਉਣ ਦੇ ਨਾਲ ਦੁਨੀਆ ਪੱਧਰ 'ਤੇ ਹਾਲਾਤ ਕਿਵੇਂ ਬਦਲਦੇ ਆ, ਇਹ ਵੀ ਇੱਕ ਆਪਣੇ ਆਪ ਦੇ ਵਿੱਚ ਸਵਾਲ ਆ। ਉਹ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਇਸ ਦੇ ਨਾਲ ਕੋਈ ਤਬਦੀਲੀ ਆ ਜਾਵੇ। ਅਤੇ ਸਾਲ ਦੇ ਲਗਭਗ ਅਖੀਰ ਦੇ ਵਿੱਚ ਜਾ ਕੇ ਕਿਸਾਨ ਮੋਰਚਾ ਇੱਕ ਬਹੁਤ ਵੱਡੀ ਖਬਰ ਬਣੀ। ਇੱਕ ਧੁਖਦੀ ਹੋਈ ਧੂਣੀ ਕਿਸਾਨ ਯੂਨੀਅਨ ਨੇ ਲੰਮੇ ਸਮੇਂ ਤੋਂ ਲੋਕੀ ਲਾਮਬੰਦ ਕਰਨੇ ਸ਼ੁਰੂ ਕੀਤੇ ਹੋਏ ਸੀ। ਛੋਟੇ ਧਰਨੇ SDM ਦਫ਼ਤਰ ਮੂਹਰੇ, DC ਦਫ਼ਤਰ ਮੂਹਰੇ ਹੁੰਦੇ ਰੇਲ ਗੱਡੀਆਂ ਰੋਕਣ ਤੱਕ ਦੀ ਨੌਬਤ ਆ ਗਈ। ਉੱਧਰੋਂ ਮੁੜ ਕੇ ਮੋਦੀ ਸਰਕਾਰ ਨੇ 3 ਖੇਤੀ ਬਿੱਲ ਪਾਸ ਕਰ ਦਿੱਤੇ। ਪਹਿਲਾਂ ਹੀ ਸਤਾਏ ਹੋਏ ਲੋਕ ਜਿਹੜੇ ਹੋਰ ਭੜਕ ਉੱਠੇ। ਦਿੱਲੀ ਕੂਚ ਕਰਨ ਦਾ ਪ੍ਰੋਗਰਾਮ ਮਿੱਥਿਆ ਗਿਆ। ਪਹਿਲਾਂ ਲੱਗਦਾ ਨਹੀਂ ਸੀ ਕਿਸੇ ਨੂੰ ਕਿ ਦਿੱਲੀ ਪਹੁੰਚਣ ਦਿੱਤਾ ਜਾਊਗਾ ਜਾਂ ਦਿੱਲੀ ਪੁੱਜਣ ਦੀ ਕੋਈ ਚਾਹਨਾ ਵੀ ਹੈਗੀ ਆ, ਪਰ ਇੱਕ ਵਾਰੀ ਫਿਰ ਪੰਜਾਬ ਨੇ ਪੰਜਾਬ ਬਣ ਕੇ ਦਿਖਾਇਆ। ਅਤੇ ਜੇ ਹੁਣ ਕਿਸੇ ਨੂੰ ਆਪਾਂ ਕਹਿੰਦੇ ਹਾਂ ਵੀ ਪੰਜਾਬ ਦੇਖਣਾ, ਤਾਂ ਜਾ ਕੇ ਤੁਸੀਂ ਸਿੰਘੂ ਬਾਰਡਰ ਦੇ ਉੱਤੇ, ਕੁੰਡਲੀ ਬਾਰਡਰ ਦੇ ਉੱਤੇ, ਟਿਕਰੀ ਬਾਰਡਰ 'ਤੇ ਜਾ ਕੇ ਦੇਖੋ, ਤੁਹਾਨੂੰ ਪੰਜਾਬ ਦੇ ਦਰਸ਼ਨ ਹੋ ਜਾਣਗੇ। ਇਕੱਲੇ ਪੰਜਾਬ ਦੇ ਨਹੀਂ, ਸਾਂਝੇ ਪੰਜਾਬ ਦੇ ਦਰਸ਼ਨ ਹੋ ਜਾਣਗੇ। ਹਰਿਆਣਾ ਅਤੇ ਪੰਜਾਬ ਜਿਹੜੇ ਕਿ ਇੱਕ ਦੂਜੇ ਨੂੰ ਦੇਖ ਕੇ ਸਿਖਾਉਂਦੇ ਨਹੀਂ ਸੀ, ਇੱਕ ਕੜੱਤਣ ਸੀਗੀ ਭਰੀਓ ਮਨਾਂ ਦੇ ਵਿੱਚ, ਉਹ ਖਤਮ ਹੋ ਗਈ। ਅੱਜ ਕੁੰਡਲੀ ਬਾਰਡਰ ਦੇ ਉੱਤੇ, ਸਿੰਘੂ ਬਾਰਡਰ ਦੇ ਉੱਤੇ ਸਾਂਝਾ ਪੰਜਾਬ ਜੇ ਕਿਸੇ ਨੇ ਦੇਖਣਾ ਹੋਵੇ ਤਾਂ ਉਹ ਜਾ ਕੇ ਦੇਖ ਸਕਦਾ ਆ। ਬਹੁਤ ਸਾਰੀਆਂ ਊਣਤਾਈਆਂ ਸਾਡੀਆਂ ਇਸ ਮੋਰਚੇ ਵਿੱਚ ਧੋਤੀਆਂ ਗਈਆਂ। ਇੱਕ ਮੁਸ਼ਤਾ ਜਿਹੜੀ ਆ ਸਾਨੂੰ ਮਿਲੀ, ਅਤੇ ਇਸ ਦੇ ਨਾਲ ਹੀ ਇੱਕ ਜਿਹੜਾ ਇਹ ਸੀਗਾ ਕਿ ਪੰਜਾਬ ਖਤਮ ਹੋ ਗਿਆ, ਪੰਜਾਬ ਦੀ ਜਵਾਨੀ ਨਸ਼ਿਆਂ ਨੇ ਗਾਲ ਦਿੱਤੀ, ਪੰਜਾਬ ਤਾਂ ਖਾਲੀ ਹੋ ਗਿਆ, ਸਾਰੇ ਬਾਹਰ ਆ ਗਏ, ਉੱਥੇ ਕੋਈ ਲੜਨ ਭਿੜਨ ਵਾਲਾ ਨਹੀਂ ਰਿਹਾ, ਕੋਈ ਅੜਨ ਵਾਲਾ ਨਹੀਂ ਰਿਹਾ। ਇਹ ਸਾਰੀਆਂ ਜਿਹੜੀਆਂ ਧਾਰਨਾਵਾਂ ਸੀਗੀਆਂ ਇਸ ਮੋਰਚੇ ਨੇ
ਰੱਦ ਕਰ ਦਿੱਤੀਆਂ। ਦੱਸ ਦਿੱਤਾ ਕਿ ਇਹ ਲੋਕ ਜਿਹੜੇ ਆ ਹਮੇਸ਼ਾ ਹੀ ਅੜਦੇ ਆਏ ਆ, ਖੜ੍ਹਦੇ ਆਏ ਆ ਅਤੇ ਅੜਦੇ ਖੜ੍ਹਦੇ ਰਹਿਣਗੇ ਜੀ। ਸੋ ਜੇ ਕੱਲ੍ਹ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੀ ਕਰੀਏ ਤਾਂ ਸਾਰਾ ਸਾਲ ਜਿਹੜੀਆਂ ਲਗਭਗ ਪਾਰਟੀਆਂ ਉਹ ਹਾਸ਼ੀਏ ਦੇ ਉੱਤੇ ਰਹੀਆਂ ਸਾਰੀਆਂ ਪਾਰਟੀਆਂ। ਮੈਨੂੰ ਯਾਦ ਹੈ 2015-16 ਦੇ ਵਿੱਚ ਅਕਾਲੀ ਦਲ ਦਾ ਬਹੁਤ ਵਿਰੋਧ ਹੋ ਰਿਹਾ ਸੀਗਾ, ਪਰ ਐਤਕੀ ਚਾਹੇ ਆਮ ਆਦਮੀ ਪਾਰਟੀ ਆ ਅਤੇ ਚਾਹੇ ਉਹ ਅਕਾਲੀ ਦਲ ਹੈ ਅਤੇ ਚਾਹੇ ਕਾਂਗਰਸ ਪਾਰਟੀ ਆ, ਲੋਕ ਜਿਹੜੇ ਉਹਨਾਂ ਨੂੰ ਮੂੰਹ ਨਹੀਂ ਲਾ ਰਹੇ। ਭਾਜਪਾ ਨੇ ਸੁਪਨੇ ਦੇਖੇ ਸੀਗੇ ਵੀ ਅਸੀਂ 117 ਦੀਆਂ 17 ਸੀਟਾਂ ਜਿੱਤਣੀਆਂ, ਉਹਨਾਂ ਨੂੰ ਹਾਲ ਇੰਨਾ ਭੈੜਾ ਹੋਇਆ ਹੈ ਪੰਜਾਬ ਦੇ ਵਿੱਚ ਕਿ ਉਹ ਡਰਦੇ ਘਰੋਂ ਨਹੀਂ ਨਿਕਲ ਰਹੇ। ਸਿੱਖਾਂ ਦੀ ਆਜ਼ਾਦੀ ਦੀ ਗੱਲ ਇਸ ਸਾਲ ਵੀ ਹੁੰਦੀ ਰਹੀ। 2020 ਦਾ ਰੈਫਰੈਂਡਮ ਇੱਕ ਵੱਡੀ ਗੱਲ ਸੀਗੀ, ਪਰ ਕਰੋਨਾ ਦੇ ਉਸ ਨੂੰ ਵੀ ਪ੍ਰਭਾਵਿਤ ਕੀਤਾ। ਹੁਣ ਉਹ ਰਾਏਸ਼ੁਮਾਰੀ ਜਿਹੜੀ ਆ 2021 ਦੇ ਵਿੱਚ ਕਰਾਉਣ ਦੀ ਗੱਲ ਸਿੱਖਸ ਫੋਰ ਜਸਟਿਸ ਵੱਲੋਂ ਕੀਤੀ ਜਾ ਰਹੀ ਆ। ਸਿੱਖਾਂ ਦੇ ਉੱਤੇ ਜ਼ਬਰ ਦਾ ਕਹਾੜਾ ਇਸ ਸਾਲ ਵੀ ਪੰਜਾਬ ਦੇ ਵਿੱਚ ਭਾਰਤ ਵਿੱਚ ਚੱਲਦਾ ਰਿਹਾ। ਬਹੁਤ ਸਾਰੇ ਨੌਜਵਾਨਾਂ ਨੂੰ ਝੂਠੇ ਕੇਸਾਂ ਦੇ ਵਿੱਚ ਫਸਾਇਆ ਗਿਆ। ਸਵੇਦ ਸੈਣੀ ਵਰਗੇ ਬੁੱਚੜ ਜੇ ਕਿਤੇ ਡਿੱਕੇ ਆਉਣ ਵੀ ਲੱਗੇ, ਪਰਮਰਾਜ ਸਿੰਘ ਉਮਰਾ ਨੰਗਲ ਵਰਗੇ, ਤਾਂ ਉਹਨਾਂ ਨੂੰ ਸਰਕਾਰਾਂ ਨੇ ਬਚਾਉਣ ਦੇ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ। ਹਜੇ ਤੱਕ ਉਹ ਬਾਹਰ ਤੁਰੇ ਫਿਰਦੇ ਆ। ਅਤੇ ਇਸ ਦੇ ਨਾਲ ਹੀ ਕਸ਼ਮੀਰ ਦੇ ਵਿੱਚ ਜ਼ੁਲਮ ਇੰਤਹਾ ਬਹੁਤ ਵਧੀ, ਅਤੇ ਉੱਥੇ ਕੱਲ੍ਹ ਵੀ 3 ਨੌਜਵਾਨ ਜਿਹੜੇ ਆ ਯੂਨੀਵਰਸਿਟੀ 'ਚ ਪੜ੍ਹਦੇ ਉਹ ਅੱਤਵਾਦੀ ਕਹਿ ਕੇ ਮਾਰ ਮੁਕਾਏ ਆ। ਅਤੇ ਭਾਰਤ ਦੇ ਵਿੱਚ ਲੋਕ ਇਕੱਠੇ ਹੋ ਰਹੇ ਆ। ਇੱਕ ਜਿਹੜਾ ਮੋਦੀ ਦਾ ਰੱਥ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਜਿਹੜਾ ਕਿ ਪੰਜਾਬ ਅਤੇ ਹਰਿਆਣਾ ਨੇ ਕਿਸੇ ਹੱਦ ਤੱਕ ਰੋਕ ਕੇ ਦਿਖਾ ਦਿੱਤਾ ਆ। ਲੋਕਾਂ ਨੂੰ ਹੁਣ ਲੱਗਦਾ ਆ ਕਿ ਭਾਰਤ ਉਹ ਨਹੀਂ ਰਿਹਾ, ਭਾਰਤ ਨੂੰ ਦੁਬਾਰਾ ਭਾਰਤ ਬਣਾਉਣਾ ਪੈਣਾ ਆ। ਉਹਦੇ ਵਾਸਤੇ ਬਹੁਤ ਸਾਰੀਆਂ ਤਾਕਤਾਂ ਇਕੱਠੀਆਂ ਹੋ ਕੇ ਜ਼ੋਰ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਆ। ਸੋ ਇਹ ਸੀ ਕੁੱਲ ਮਿਲਾ ਕੇ 2020 ਦੀਆਂ ਕੁਝ ਕੁ ਝਲਕੀਆਂ। ਹਾਲਾਂਕਿ ਖਬਰਾਂ ਹੋਰ ਬਹੁਤ ਨੇ, ਪਰ ਸਮੇਂ ਸੀਮਾ ਹੋਣ ਕਰਕੇ ਅਸੀਂ ਉਹੀ ਗੱਲਾਂ ਕਰ ਸਕਦੇ ਹਾਂ ਜਿਹੜੀਆਂ ਕਿ ਇੰਨੇ ਸਮੇਂ ਦੇ ਵਿੱਚ ਨਿਬੇੜ ਸਕੀਏ। ਸੋ 2020 ਜਿਹੜਾ ਆ ਉਹ ਬਹੁਤ ਸਾਰੀਆਂ ਕੌੜੀਆਂ ਮਿੱਠੀਆਂ ਯਾਦਾਂ ਛੱਡ ਕੇ ਜਾ ਰਿਹਾ ਹੈ ਜੀ। ਅਤੇ ਇਸ ਦੇ ਨਾਲ ਹੀ ਹੁਣ ਤੁਹਾਨੂੰ ਅਸੀਂ ਲੈ ਚੱਲਦੇ ਹਾਂ ਪੰਜਾਬ, ਨਾਲ ਹੀ ਅਸੀਂ ਦਿੱਲੀ ਬਾਰਡਰ ਦੇ ਉੱਤੇ ਕਿਸਾਨ ਮੋਰਚੇ ਦੇ ਵਿੱਚ ਕੀ ਹੋ ਰਿਹਾ ਆ, ਕੀ ਅਪਡੇਟ ਉੱਥੋਂ ਆ ਰਹੀ ਆ। ਜਿਹੜੀ ਚੰਗੀ ਗੱਲ ਇਹ ਹੋਈ ਕਿ ਹੌਲੀ ਹੌਲੀ ਲੋਕ ਜਿਹੜੇ ਆ ਉਹ ਸਾਰੇ ਜਾਗ ਰਹੇ ਆ, ਅਤੇ ਉਹਨਾਂ ਨੂੰ ਲੱਗਦਾ ਕਿ ਇਹ ਇਕੱਲਾ ਕਿਸਾਨਾਂ ਦਾ ਸੰਘਰਸ਼ ਨਹੀਂ, ਇਕੱਲੇ ਮਜ਼ਦੂਰਾਂ ਦਾ ਸੰਘਰਸ਼ ਨਹੀਂ, ਇਹ ਸਾਰਿਆਂ ਦਾ ਸੰਘਰਸ਼ ਆ। ਪੰਜਾਬ ਤੋਂ ਅੱਡ ਅੱਡ ਵਰਗਾਂ ਦੇ ਲੋਕ ਜਿਹੜੇ ਆ ਉਹ ਦਿੱਲੀ ਮੋਰਚੇ 'ਤੇ ਪਹੁੰਚ ਰਹੇ ਆ। ਅੰਮ੍ਰਿਤਸਰ ਤੋਂ ਇੱਕ ਬਾਈਕ ਰੈਲੀ ਜਿਹੜੀ ਆ ਕੱਢੀ ਗਈ। ਇੱਕ ਨਾਅਰਾ ਦਿੱਤਾ ਗਿਆ ਸੀ, ਨਵਾਂ ਸਾਲ ਕਿਸਾਨਾਂ ਦੇ ਨਾਲ, ਉਹਨੂੰ ਭਰਵਾਂ ਜਿਹੜਾ ਹੁੰਗਾਰਾ ਮਿਲਿਆ ਹੈਗਾ ਆ। ਇਸ ਬਾਈਕ ਰੈਲੀ ਨੇ ਪਹਿਲਾਂ ਹੁਣ ਕੁੰਡਲੀ ਬਾਰਡਰ 'ਤੇ ਜਾਣਾ, ਉਸ ਤੋਂ ਬਾਅਦ ਫਿਰ ਗਾਜ਼ੀਪੁਰ ਬਾਰਡਰ 'ਤੇ ਜਾਣਾ। ਬਹੁਤ ਸਾਰੇ ਕਿਸਾਨ ਮਜ਼ਦੂਰ ਲੋਕ ਇਸ ਸੰਘਰਸ਼ ਦੇ ਦੌਰਾਨ ਜਿਹੜੇ ਜਾਨਾਂ ਕੁਰਬਾਨ ਕਰ ਗਏ ਆ, ਜਿਨ੍ਹਾਂ ਦੇ ਤੁਸੀਂ ਨਾਂ ਪਿੱਛੇ ਸਕਰੀਨ ਦੇ ਉੱਤੇ ਕੁਝ ਸਮੇਂ ਬਾਅਦ ਦੇਖਦੇ ਰਹੋਗੇ। ਸੋ ਇਸ ਮੋਰਚੇ ਦੇ ਸ਼ਹੀਦ ਜਿਹੜੇ ਉਹਨਾਂ ਨੂੰ ਐਲਾਨਿਆ ਗਿਆ ਜੀ। ਅਤੇ ਇਸੇ ਤਰ੍ਹਾਂ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਪੰਜਾਬ ਦੇ ਵਿੱਚ ਜਥੇਦਾਰ ਜਸਵੀਰ ਸਿੰਘ ਗੜ੍ਹੀ, ਉਹ ਇੱਕ ਵੱਡੇ ਮੋਰਚੇ ਦੇ ਨਾਲ ਜਿਹੜੇ ਆ ਪੰਜਾਬ ਤੋਂ ਉਹਨਾਂ ਨੇ ਦਿੱਲੀ ਵੱਲ ਨੂੰ ਕੂਚ ਕੀਤਾ। ਪਹਿਲਾਂ ਵੀ ਉਹ ਜਾ ਕੇ ਆਏ ਆ, ਬੜੇ ਸੂਝਵਾਨ ਆਗੂ ਪ੍ਰਤੀਤ ਹੋ ਰਹੇ ਆ। ਜਿਹੜੇ ਦਲਿਤ ਪੰਜਾਬ ਦੇ ਆ ਇਸ ਵੇਲੇ ਹਿੱਕ ਠੋਕ ਕੇ ਕਿਸਾਨੀ ਦੇ ਨਾਲ ਖੜ੍ਹੇ ਆ, ਇੱਕ ਬਹੁਤ ਵੱਡੀ ਏਕਤਾ। ਇਸੇ ਤਰ੍ਹਾਂ ਜਿਹੜਾ ਹਿੰਦੂ ਸਿੱਖ ਇੱਕ ਪਾੜਾ ਪਾਉਣ ਦੀ ਕੋਸ਼ਿਸ਼ ਸਰਕਾਰ ਵੱਲੋਂ ਕੀਤੀ ਜਾ ਰਹੀ ਸੀਗੀ, ਉਹ ਹਿੰਦੂਆਂ ਨੇ ਜਾ ਕੇ ਉੱਥੇ ਜਾ ਕੇ ਫੇਲ ਕੀਤੀ ਇਸ ਸਾਜ਼ਿਸ਼ ਨੂੰ। ਅਤੇ ਇਸ ਦੇ ਨਾਲ ਹੀ ਹੁਣ ਦਲਿਤ ਕਿਸਾਨ ਏਕਤਾ ਜਿਹੜੀ ਆ ਉਹ ਵੀ ਰੰਗ ਦਿਖਾ ਰਹੀ ਆ। ਸੋ ਕਿਸਾਨਾਂ ਦੇ ਸਿਰ ਦੇ ਉੱਤੇ ਚੇਅਰਮੈਨੀਆਂ ਮਾਣਦੇ ਰਹੇ ਅਤੇ ਯੂਨੀਅਨਾਂ ਦੇ ਪ੍ਰਧਾਨ ਹੋਣ ਦੇ ਨਾਤੇ ਸਾਰੇ ਜਿਹੜੇ ਆ ਕਹਿ ਲਓ ਵੀ ਵਧੀਆ ਸੁੱਖ ਮਾਣਦੇ ਰਹੇ। ਸਰਦਾਰ ਜਮੇਰ ਸਿੰਘ ਲੱਖੋਵਾਲ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਮਰੀਕਾ ਤੋਂ ਗਏ ਸੀਗੇ, ਜਾ ਕੇ ਉਹਨਾਂ ਨੇ ਦਿੱਲੀ ਸਟੇਜ ਦੇ ਉੱਤੇ ਕਿਸਾਨ ਮੋਰਚੇ ਦੀ 'ਤੇ ਬੋਲਣਾ ਚਾਹਿਆ। ਉਹਨਾਂ ਨੂੰ ਸਟੇਜ ਜਿਹੜੀ ਆ ਉਹ ਪ੍ਰੋਵਾਈਡ ਕੀਤੀ ਗਈ, ਪਰ ਜਦੋਂ ਬੋਲਣ ਲੱਗੇ ਤਾਂ ਮੂਹਰਿਓਂ ਬੈਠੇ ਕਿਸਾਨ ਜਿਹੜੇ ਆ ਉਹ ਭੜਕ ਉੱਠੇ, ਖੜ੍ਹੇ ਹੋ ਗਏ, ਲੱਖੋਵਾਲ ਦੇ ਉਲਟ ਨਾਅਰੇਬਾਜ਼ੀ ਕੀਤੀ, ਉਹਨਾਂ ਦੀਆਂ ਬੇਵਫਾਈਆਂ, ਉਹਨਾਂ ਦੇ ਧੋਖੇ ਯਾਦ ਕਰਾਏ ਗਏ। ਬਹੁਤ ਕਹਿਣ ਦੇ ਬਾਵਜੂਦ ਵੀ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਗਿਆ। ਸਟੇਜ ਦੇ ਪ੍ਰਬੰਧਕ ਜਿਹੜੇ ਆ ਉਹਨਾਂ ਨੇ ਵੀ ਪੂਰਾ ਜ਼ੋਰ ਲਾਇਆ ਕਿ ਲੱਖੋਵਾਲ ਉਹਨਾਂ ਨੂੰ ਬੋਲਣ ਦਿੱਤਾ ਜਾਵੇ, ਪਰ ਉਹਨਾਂ ਨੂੰ ਲੋਕਾਂ ਨੇ ਬੋਲਣ ਨਹੀਂ ਦਿੱਤਾ। ਅਤੇ ਇਹ ਇਸ ਵਾਸਤੇ ਜਿਹੜੇ ਕਹਿ ਲਏ ਵੀ ਸਟੇਜ ਪ੍ਰਬੰਧਕ ਨੇ, ਜਿਹੜੇ ਕਿਸਾਨ ਮੋਰਚੇ ਦੀ ਸਟੇਜ ਦੀ ਕਮੇਟੀ ਆ, ਉਹ ਬੜੀ ਵਧਾਈ ਦੀ ਪਾਤਰ ਆ, ਜਿਨ੍ਹਾਂ ਨੇ ਅਜਮੇਰ ਸਿੰਘ ਲੱਖੋਵਾਲ ਉਹਨਾਂ ਨੂੰ ਬੋਲਣ ਦਾ ਮੌਕਾ ਦੇ ਕੇ ਉਹਨਾਂ ਦੀ ਔਕਾਤ ਦਿਖਾਈ ਕਿ ਲੋਕਾਂ ਦੇ ਵਿੱਚ ਤੁਹਾਡਾ ਕੀ ਸਤਿਕਾਰ ਆ। ਅਤੇ ਇਸ ਦੇ ਨਾਲ ਹੀ ਇਹ ਵੀ ਗੱਲ ਚੱਲੀ ਕਿ ਹੋਰ ਸਾਰੇ ਉੱਥੇ ਬੋਲ ਸਕਦੇ ਆ, ਤਾਂ ਦੀਪ ਸਿੱਧੂ ਜਾਂ ਲੱਖਾ ਸਿਧਾਣਾ ਨੂੰ ਬੋਲਣ ਦੇ ਵਾਸਤੇ ਕਿਉਂ ਰੋਕਿਆ ਜਾਂਦਾ ਆ। ਫਿਰ ਵੀ ਮੋਰਚਾ ਜਿਹੜਾ ਆ ਉਹ ਸਹੀ ਦਿਸ਼ਾ ਵੱਲ ਜਾ ਰਿਹਾ ਆ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਦੇ ਰਾਜਪਾਲ VP ਸਿੰਘ ਬਦਨੌਰ ਨੂੰ ਮਿਲ ਕੇ ਕਿਹਾ ਕਿ ਜਿਹੜੀਆਂ 2021 ਦੇ ਵਿੱਚ ਪੰਜਾਬ ਦੇ ਵਿੱਚ ਨਗਰ ਕੌਂਸਲਾਂ ਦੀਆਂ ਚੋਣਾਂ ਹੋਣੀਆਂ ਉਹ ਅੱਗੇ ਪਈਆਂ ਜਾਣ।
ਜਿਵੇਂ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਹੁੰਦੀਆਂ, ਸ਼ਹਿਰਾਂ ਵਿੱਚ ਮਿਊਨਿਸਪਲ ਕਮੇਟੀਆਂ ਦੀਆਂ, ਨਗਰ ਨਿਗਮ ਦੀਆਂ ਚੋਣਾਂ ਹੁੰਦੀਆਂ। ਉਹੀ ਭਾਜਪਾ ਜਿਹੜੀ ਕਹਿੰਦੀ ਸੀ ਹਜੇ ਮਹੀਨਾ ਡੇਢ ਮਹੀਨਾ ਪਹਿਲਾਂ ਕਿ ਅਸੀਂ ਪੰਜਾਬ ਦੇ ਵਿੱਚ 117 ਦੀਆਂ 117 ਸੀਟਾਂ ਜਿਹੜੀਆਂ ਆ ਉਹ ਜਿੱਤਣੀਆਂ ਆ, ਕੱਲੀ ਕੱਲੀ ਸੀਟ ਜਿੱਤ ਕੇ ਦਿਖਾਵਾਂਗੇ, ਉਹੀ ਹੁਣ ਗੋਡਿਆਂ ਪਰਨੇ ਹੋ ਕੇ ਜਾ ਕੇ ਰਾਜਪਾਲ ਨੂੰ ਕਹਿ ਰਹੀ ਹੈ ਕਿ ਨਗਰ ਨਿਗਮ ਦੀਆਂ ਚੋਣਾਂ ਜਿਹੜੀਆਂ ਅੱਗੇ ਪਾ ਦਿੱਤੀਆਂ ਜਾਣ। ਪੰਜਾਬ ਦੇ ਵਿੱਚ ਮਾਹੌਲ ਸਹੀ ਨਹੀਂ। ਮਾਹੌਲ ਕਿਉਂ ਸਹੀ ਨਹੀਂ, ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਲੋਕ ਜਿਹੜੇ ਆ ਭਾਜਪਾ ਦਾ ਵਿਰੋਧ ਕਰ ਰਹੇ ਆ। ਹਰਿਆਣੇ ਦੇ ਵਿੱਚ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਹੋਈਆਂ, ਕੋਈ ਹੋਰ ਸਥਾਨਕ ਚੋਣਾਂ ਹੋਈਆਂ, ਉਹਨਾਂ ਦੇ ਵਿੱਚ ਭਾਜਪਾ ਨੂੰ ਬੜਾ ਹਾਰ ਦਾ ਮੂੰਹ ਦੇਖਣਾ ਪਿਆ ਆ। ਪੰਜਾਬ ਦੇ ਵਿੱਚ ਭਾਜਪਾ ਦੀ ਹਾਲਤ ਕਾਫੀ ਪਤਲੀ ਹੋ ਚੁੱਕੀ ਆ ਅਤੇ ਲੋਕ ਜਿਹੜੇ ਆ ਉਹ ਮੋਦੀ ਭਗਤਾਂ ਨੂੰ ਅੰਧੇ ਭਗਤ ਦੱਸ ਕੇ ਉਹਨਾਂ ਦਾ ਵਿਰੋਧ ਕਰ ਰਹੇ ਆ। ਆਓ ਤੁਹਾਨੂੰ ਇੱਕ ਮੋਹਾਲੀ ਦੀ ਇੱਕ ਅਜਿਹੀ ਵੀਡੀਓ ਦਿਖਾਉਂਦੇ ਆ ਜਿੱਥੇ ਕਿ ਇੱਕ ਮਾਰਕੀਟ ਦੇ ਵੱਲੋਂ ਅਜਿਹੇ ਅੰਨੇ ਭਗਤਾਂ ਦਾ, ਮੋਦੀ ਭਗਤਾਂ ਦਾ ਸ਼ਰੇਆਮ ਬੈਨਰ ਲਾ ਕੇ ਬਾਈਕਾਟ ਕੀਤਾ ਗਿਆ। ਹਾਂਜੀ, ਮੈਂ ਇਸ ਵਕਤ ਮੋਹਾਲੀ ਦੇ ਫੇਸ 3B2 ਦੀ ਮਾਰਕੀਟ ਦੇ ਵਿੱਚ ਖੜ੍ਹਾ। ਕਿਸਾਨਾਂ ਦੀ ਹਮਾਇਤ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਮਾਰਕੀਟ ਵਾਲਿਆਂ ਨੇ ਕਿਸ ਤਰ੍ਹਾਂ ਅੰਧ ਭਗਤ ਯਾਰ ਨਾਟ ਅਲਾਉਡ ਹੇਅਰ, ਵੀ ਸਪੋਰਟ ਆਵਰ ਕਿਸਾਨ ਬ੍ਰਦਰ। ਅੱਗੇ ਆ ਜਾਓ, ਆਹ ਦੇਖੋ, ਅੰਧ ਭਗਤਾਂ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ, ਅੰਗਰੇਜ਼ੀ 'ਚ ਲਿਖਿਆ। ਅਸੀਂ ਆਪਣੇ ਕਿਸਾਨ ਭਰਾਵਾਂ ਦੀ ਸਪੋਰਟ ਕਰਦੇ ਹਾਂ। ਅੱਗੇ ਫੇਰ ਅਗਲੀ ਦੁਕਾਨ 'ਤੇ ਚੱਲਦੇ ਹਾਂ। ਅੱਗੇ ਉਹ ਫੇਰ 2 ਬੋਰਡ ਲੱਗੇ ਆ। ਪਹਿਲਾ ਉਹੀ ਅੰਧ ਭਗਤ ਅਲਾਉਡ ਨਹੀਂ ਹਨ, ਅਸੀਂ ਆਪਣੇ ਕਿਸਾਨਾਂ ਦੀ ਮਦਦ ਕਰਦੇ ਹਾਂ। ਦੂਜਾ ਜੀਓ ਸਿਮ ਐਂਡ ਜੀਓ ਰੀਚਾਰਜ ਆਰ ਨਾਟ ਅਵੇਲੇਬਲ ਹੇਅਰ, ਕਿਸਾਨ ਏਕਤਾ ਜਿੰਦਾਬਾਦ। ਲਗਭਗ ਸਾਰੀ ਮਾਰਕੀਟ ਦੇ ਵਿੱਚ ਸਾਰੇ ਥਾਵਾਂ 'ਤੇ ਐਵੇਂ। ਅਤੇ ਉੱਧਰ ਇੱਕ ਦੂਜੀ ਮਾਰਕੀਟ ਹੈ, ਉੱਥੇ ਬਕਾਇਦਾ ਇੱਕ ਟੈਂਟ ਲੱਗਿਆ ਹੋਇਆ। ਠੀਕ ਹੈ ਜੀ, ਕਿਸਾਨ ਏਕਤਾ ਜਿੰਦਾਬਾਦ। ਪੰਜਾਬ ਤੋਂ ਬਾਅਦ ਕੇਰਲ ਨੇ ਵੀ ਇਹ 3 ਜਿਹੜੇ ਖੇਤੀ ਕਾਨੂੰਨ ਆ ਉਹ ਰੱਦ ਕਰ ਦਿੱਤੇ ਆ। ਉਹਨਾਂ ਨੇ ਇਸ ਨੂੰ ਕਿਸਾਨ ਵਿਰੋਧੀ ਦੱਸਿਆ ਆ ਅਤੇ ਕਿਹਾ ਕਿ ਮੋਦੀ ਸਰਕਾਰ ਨੂੰ ਉਹਨਾਂ ਨੂੰ ਵਾਪਸ ਲੈਣਾ ਚਾਹੀਦਾ। ਸੋ ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ ਕਿ ਹੋਰ ਸੂਬੇ, ਹੋਰ ਲੋਕ ਜਿਹੜੇ ਕਿਸਾਨ ਮੋਰਚੇ ਤੋਂ ਉਤਸ਼ਾਹਿਤ ਹੋ ਕੇ ਖੜ੍ਹ ਰਹੇ ਆ ਉਲਟ ਸਰਕਾਰ ਦੇ, ਇਹ ਇੱਕ ਚੰਗਾ ਸ਼ਗਨ ਆ। ਦਿੱਲੀ ਦੇ ਵਿੱਚ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਪਰੇਡ ਹਰ ਸਾਲ ਨਿਕਲਦੀ ਆ। ਪਹਿਲਾਂ ਉਹਦਾ ਰੂਟ ਜਿਹੜਾ ਕਾਫੀ ਲੰਬਾ ਹੁੰਦਾ ਸੀਗਾ, ਤਕਰੀਬਨ 8.25 ਕਿਲੋਮੀਟਰ ਜਿਹੜਾ ਇਹਦਾ ਰੂਟ ਹੁੰਦਾ ਸੀਗਾ, ਵਿਜੇ ਚੌਂਕ ਤੋਂ ਸ਼ੁਰੂ ਹੋ ਕੇ ਜੋ ਲਾਲ ਕਿਲ੍ਹੇ ਤੱਕ ਜਾਂਦਾ ਸੀਗਾ। ਭਾਰਤ ਦੀਆਂ 3 ਸੈਨਾਵਾਂ, ਹਥਿਆਰ, ਹੋਰ ਬਹੁਤ ਸਾਰੀਆਂ ਝਾਕੀਆਂ ਜਿਹੜੀਆਂ ਉੱਥੇ ਦਿਖਾਈਆਂ ਜਾਂਦੀਆਂ। ਪਰ ਇਸ ਵਾਰ ਜਿਹੜਾ ਰੂਟ ਉਹ ਕੱਟ ਕੇ 3.25 ਕਿਲੋਮੀਟਰ ਦਾ ਕਰ ਦਿੱਤਾ ਗਿਆ ਆ, ਜਿਹੜਾ ਕਿ ਹੁਣ ਵਿਜੇ ਚੌਂਕ ਤੋਂ ਨੈਸ਼ਨਲ ਸਟੇਡੀਅਮ ਤੱਕ ਹੀ ਜਾਊਗਾ, ਲਾਲ ਕਿਲ੍ਹੇ ਤੱਕ ਨਹੀਂ ਜਾਣਾ। ਇਸ ਦਾ ਕਾਰਨ ਜਿਹੜਾ ਆ ਬੇਸ਼ੱਕ ਕਰੋਨਾ ਦੱਸਿਆ ਜਾ ਰਿਹਾ ਆ, ਪਰ ਇਹ ਸਭ ਨੂੰ ਪਤਾ ਆ ਕਿ ਜਿਹੜਾ ਕਿਸਾਨ ਮੋਰਚਾ ਲੱਗਾ ਹੋਇਆ ਇਸ ਵੇਲੇ ਦਿੱਲੀ ਦੇ ਵਿੱਚ, ਜਿਹੜਾ ਕਿਸਾਨਾਂ ਨੇ ਇੱਕ ਐਲਾਨ ਕੀਤਾ ਹੋਇਆ ਕਿ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਜਾਂ ਉਸ ਤੋਂ ਪਹਿਲਾਂ ਟਰੈਕਟਰ ਮਾਰਚ ਕੱਢਾਂਗੇ। ਸੋ ਕਿਤੇ ਨਾ ਕਿਤੇ ਉਹ ਸੁਰੱਖਿਆ ਨੂੰ ਲੈ ਕੇ ਡਰ ਹੈਗਾ ਅਤੇ ਇਹ ਰੂਟ ਜਿਹੜਾ ਆ ਉਹ ਕੱਟ ਕੇ ਛੋਟਾ ਕਰ ਦਿੱਤਾ ਗਿਆ ਆ। ਪੰਜਾਬੀ ਜਿੱਥੇ ਵੀ ਜਾਂਦੇ ਆ ਆਪਣਾ ਖਾਣ ਪੀਣ ਨਾਲ ਲੈ ਕੇ ਜਾਂਦੇ ਆ, ਆਪਣੀਆਂ ਆਦਤਾਂ ਲੈ ਕੇ ਜਾਂਦੇ ਆ, ਆਪਣੀ ਚੜ੍ਹਦੀ ਕਲਾ ਨਾਲ ਲੈ ਕੇ ਜਾਂਦੇ ਆ। ਸੋ ਚਾਹੇ ਉਹ ਟਿਕਰੀ ਬਾਰਡਰ ਆ, ਚਾਹੇ ਉਹ ਸਿੰਘੂ ਜਾਂ ਕੁੰਡਲੀ ਬਾਰਡਰ ਆ, ਅਤੇ ਚਾਹੇ ਹੋਰ ਬਾਰਡਰ ਜਿੱਥੇ ਜਿੱਥੇ ਵੀ ਪੰਜਾਬੀ ਬੈਠੇ ਆ, ਉੱਥੇ ਪੂਰੀ ਚੜ੍ਹਦੀ ਕਲਾ ਵਾਲੀ ਗੱਲ ਆ। ਲੰਗਰ, ਪਾਠ ਸਿਮਰਨ, ਕਿਤਾਬਾਂ, ਹਰੇਕ ਚੀਜ਼ ਜਿਹੜੀ ਉਹ ਉਹਨਾਂ ਦੇ ਜੀਵਨ ਵਿੱਚ ਵਿਚਰਦੀ ਆ, ਉਹਨਾਂ ਦੇ ਵਿੱਚ ਜਿਹੜਾ ਜਜ਼ਬਾ ਹੈਗਾ ਚੜ੍ਹਦੀ ਕਲਾ ਵਾਲਾ ਉਹ ਨਾਲ ਲੈ ਕੇ ਜਾਂਦੇ ਆ। ਅਤੇ ਸ਼ਾਇਦ ਇਹੀ ਕਾਰਨ ਆ ਕਿ ਟਿਕਰੀ ਬਾਰਡਰ ਦੇ ਉੱਤੇ ਹੁਣ ਕਬੱਡੀ ਟੂਰਨਾਮੈਂਟ ਕਰਾਉਣ ਦਾ ਐਲਾਨ ਕੀਤਾ ਗਿਆ ਆ। ਉਹਦੇ ਵਾਸਤੇ ਵਿਉਂਤਬੰਦੀਆਂ ਕੀਤੀਆਂ ਜਾ ਰਹੀਆਂ ਕਿ ਇਹਨੂੰ ਕਿਵੇਂ ਨੇਪਰੇ ਚੜ੍ਹਨਾ। 5 ਜਨਵਰੀ ਨੂੰ ਟਿਕਰੀ ਬਾਰਡਰ 'ਤੇ ਕਬੱਡੀ ਟੂਰਨਾਮੈਂਟ ਕਰਾਉਣ ਦੀ ਗੱਲ ਤੁਰੀ ਆ ਕਿ ਅਸੀਂ ਉਹ ਸਭ ਕੁਛ ਕਰਨਾ ਜੋ ਅਸੀਂ ਪੰਜਾਬ ਕਰਦੇ ਹੁੰਦੇ ਹਾਂ। ਸੋ ਜਿਹੜੀ ਮੈਂ ਗੱਲ ਵਾਰ-ਵਾਰ ਕਹਿਣਾ ਵੀ ਜੇ ਕਿਸੇ ਨੇ ਪੰਜਾਬ ਦੇਖਣਾ, ਸਾਂਝਾ ਪੰਜਾਬ ਦੇਖਣਾ, ਤਾਂ ਉਹਨਾਂ ਬਾਰਡਰਾਂ ਦੇ ਉੱਤੇ ਜਾ ਕੇ ਦੇਖਦਾ ਕਿ ਪੰਜਾਬ ਕੀ ਚੀਜ਼ ਹੈਗੀ ਆ। ਹੁਣ ਅਗਾਂਹ ਕੀ ਹੋਊਗਾ, ਇਹ ਸਵਾਲ ਜਿਹੜਾ ਤੁਹਾਡੇ ਸਾਰਿਆਂ ਮਨਾਂ ਦੇ ਵਿੱਚ ਹੈਗਾ, ਸਾਡੇ ਵੀ ਹੈਗਾ ਆ। ਇਹ ਗੱਲ ਅਹਿਸਾਸ ਕਰਨ ਵਾਲੀ ਆ ਕਿ ਸਾਡਾ ਮੱਥਾ ਇੱਕ ਬਹੁਤ ਵੱਡੀ ਤਾਕਤ ਨਾਲ ਲੱਗਾ ਹੋਇਆ। ਉਹ ਤਾਕਤ ਜਿਹੜੀ ਕਿ ਭਾਰਤ ਸਰਕਾਰ ਵੀ ਆ, ਇਸ ਦੇ ਨਾਲ ਕਾਰਪੋਰੇਸ਼ਨਾਂ ਵੱਡੀਆਂ ਵੱਡੀਆਂ, ਚਾਹੇ ਉਹ ਅੰਬਾਨੀ, ਅਡਾਨੀ ਜਿਹੜੇ ਭਾਰਤ ਦੇ ਨੇ, ਚਾਹੇ ਵਾਲਮਾਰਟ ਵਰਗੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਇੰਟਰਨੈਸ਼ਨਲ ਨੇ, ਉਹਨਾਂ ਦੇ ਨਾਲ ਲੱਗਾ ਹੋਇਆ। ਪਰ ਕਿਸਾਨ ਜਿਹੜੇ ਆ ਉਹ ਬਜ਼ਿੱਦ ਨੇ, ਦ੍ਰਿੜ ਚਿੱਤ ਨੇ ਕਿ ਅਸੀਂ ਇਹਨਾਂ ਨੂੰ ਹਰਾ ਕੇ ਦਿਖਾਵਾਂਗੇ। ਸੋ ਇਹ ਗੱਲ ਜਿਹੜੀ ਕਿਤੇ ਨਾ ਕਿਤੇ ਕੱਲ੍ਹ ਆਈ ਕਿ 2 ਮੰਗਾਂ ਜਿਹੜੀਆਂ ਮੰਨ ਲਈਆਂ ਗਈਆਂ, ਉਹ ਊਠ ਤੋਂ ਛਾਲ ਨਹੀਂ ਲਾਉਣ ਵਾਲੀ ਗੱਲ ਹੈਗਾ। ਉਹਨੂੰ ਸਾਰੇ ਸਮਝ ਰਹੇ ਆ ਕਿ ਅਸਲੀ ਮੰਗਾਂ ਜਿਹੜੀਆਂ ਆ ਉਹ ਜਿੰਨਾ ਚਿਰ 3 ਖੇਤੀ ਬਿੱਲ ਰੱਦ ਨਹੀਂ ਹੁੰਦੇ ਉਹ
ਤਾਂ ਹੀ ਮਸਲਾ ਹੱਲ ਹੋਣਾ ਆ। ਇਹ ਐਵੇਂ ਮੰਗਾਂ ਵਿੱਚ ਜੋੜ ਕੇ ਜਾਂ ਉਸ ਤੋਂ ਬਾਅਦ ਵਿੱਚ ਮੰਨ ਕੇ ਲੈਣ ਦੀ ਕਾਰਵਾਈ ਜਿਹੜੀ ਅੱਖਾਂ 'ਚ ਘੱਟਾ ਪਾਉਣ ਵਾਲੀ ਆ, ਇਹ ਲੋਕਾਂ ਨੂੰ ਬਿਲਕੁਲ ਵੀ ਪ੍ਰਵਾਨ ਨਹੀਂ ਹੋਣੀ। ਕਈਆਂ ਦੇ ਮਨਾਂ ਵਿੱਚ ਇਹ ਗੱਲ ਆ ਰਹੀ ਹੈ ਕਿ ਸਰਕਾਰ ਆਖਰ ਮੰਨ ਕਿਉਂ ਨਹੀਂ ਰਹੀ। ਇਸ ਦੇ ਪਿੱਛੇ ਵੱਡੀ ਗੱਲ ਇਹ ਆ ਕਿ ਪਿਛਲੇ ਤਕਰੀਬਨ 4 ਸਾਲ ਤੋਂ ਸਰਕਾਰ ਨੇ ਇੱਕ ਬੜੇ ਵਿਉਂਤਬੰਦ ਤਰੀਕੇ ਦੇ ਨਾਲ ਜਿਹੜਾ ਆ ਕਾਰਪੋਰੇਸ਼ਨਾਂ ਤੋਂ ਪੈਸਾ ਲੈਣਾ ਸ਼ੁਰੂ ਕੀਤਾ, ਕਿਉਂਕਿ ਸਰਕਾਰ ਦੇ ਕੋਲ ਆਪਣਾ ਪੈਸਾ ਜਿਹੜਾ ਆ ਉਹ ਬਹੁਤ ਘੱਟ ਰਿਹਾ ਆ। ਆਪਣੇ ਸਾਹਮਣੇ ਬਹੁਤ ਸਾਰੀਆਂ ਬੈਂਕਾਂ ਜਿਹੜੀਆਂ ਉਹ ਬੈਂਕਰਪਟ ਹੋਈਆਂ ਆ। ਭਾਰਤ ਦਾ ਜਿਹੜਾ ਆਰਥਿਕ ਹਾਲਾਤ ਨੇ ਉਹ ਬਹੁਤੇ ਵਧੀਆ ਨੇ ਨਹੀਂ ਹੈਗੇ। ਕਰੋਨਾ ਨੇ ਬਹੁਤ ਵੱਡੀ ਸੱਟ ਮਾਰੀ ਆ। ਸੋ ਕਾਰਪੋਰੇਸ਼ਨ ਦਾ ਜਿਹੜਾ ਪੈਸਾ ਆ ਭਾਰਤ ਸਰਕਾਰ ਲੈ ਕੇ ਉਹਨਾਂ ਨੂੰ ਇਸ ਦੇ ਵਿੱਚ ਕੁਛ ਮੋੜਨਾ ਚਾਹੁੰਦੀ ਆ, ਅਤੇ ਕਾਰਪੋਰੇਸ਼ਨਾਂ ਦੀ ਅੱਖ ਜਿਹੜੀ ਆ ਉਹ ਪੰਜਾਬ ਦੇ ਜ਼ਰੀਏ ਪਾਕਿਸਤਾਨ ਤੇ ਉੱਪਰ ਯੂਰੇਸ਼ੀਆ, ਮਿਡਲ ਈਸਟ ਦੇ ਨਾਲ ਵਪਾਰ ਕਰਨ ਦੀ ਆ। ਇਸੇ ਕਰਕੇ ਕਿਤੇ ਨਾ ਕਿਤੇ ਇਹ ਮਨ ਵਿੱਚ ਹੈਗਾ ਕਿ ਜਿਹੜੀਆਂ ਹੁਣ ਜ਼ਮੀਨਾਂ ਸਸਤੀਆਂ ਆ ਪੰਜਾਬ ਹਰਿਆਣੇ ਦੀਆਂ, ਇਹ ਐਕਵਾਇਰ ਕਰ ਲਈਆਂ ਜਾਣ। ਖੇਤੀ ਬਿੱਲ ਲਿਆ ਕੇ ਜਿਹੜੇ ਆ ਇਹਨਾਂ ਨੂੰ ਕਬਜ਼ੇ ਵਿੱਚ ਕੀਤਾ ਜਾਵੇ ਕਿ ਕਿਸਾਨਾਂ ਲਈ ਇਹ ਗੈਰ ਮੁਨਾਫੇ ਵਾਲੀਆਂ ਬਣ ਜਾਣ, ਉਹ ਛੱਡ ਕੇ ਚਲੇ ਜਾਣ, ਤਾਂ ਕਿ ਅਸੀਂ ਫਿਰ ਇਹਨਾਂ ਦੇ ਉੱਤੇ ਆਪ ਖੇਤੀ ਕਰਾ ਕੇ ਲੱਖਾਂ ਏਕੜਾਂ ਦੇ ਵਿੱਚ ਉਹ ਮੁਨਾਫਾ ਜਿਹੜਾ ਕਿਸਾਨਾਂ ਨੂੰ ਮਿਲਦਾ ਉਹ ਵੀ ਅਸੀਂ ਖਾ ਸਕੀਏ। ਸੋ ਇੱਕ ਬਹੁਤ ਵੱਡਾ ਢਾਂਚਾ ਪਿਛਲੇ 4 ਸਾਲ ਦੇ ਵਿੱਚ ਸਾਰਿਆ ਗਿਆ ਆ। ਇਹ ਜਿਹੜੇ ਖੇਤੀ ਬਿੱਲ ਆ ਉਹਦੇ ਵਿੱਚ ਇੱਕ ਬਹੁਤ ਅਹਿਮ ਪਰ ਇੱਕ ਛੋਟੀ ਜਿਹੀ ਕੜੀ ਆ। ਜੇ ਇਹ ਬਿੱਲ ਸਰਕਾਰ ਰੱਦ ਕਰ ਦਿੰਦੀ ਆ ਤਾਂ ਉਹ ਜਿਹੜਾ ਢਾਂਚਾ ਪਿਛਲੇ 4 ਸਾਲ ਤੋਂ ਸਿਰਜਿਆ ਆ ਉਹ ਸਾਰਾ ਤਹਿਸ ਨਹਿਸ ਹੁੰਦਾ ਆ। ਇਸ ਕਰਕੇ ਸਰਕਾਰ ਬੜੀ ਬਜ਼ਿੱਦ ਆ, ਅਤੇ ਕਿਸਾਨ ਆਗੂਆਂ ਨੂੰ ਸਾਨੂੰ ਵੀ ਸਮਝਣਾ ਪੈਣਾ ਇਸ ਗੱਲ ਨੂੰ ਕਿ ਸਰਕਾਰ ਜਿਹੜੀ ਕਿਉਂ ਅੜੀ ਹੋਈ ਆ, ਅਤੇ ਸਾਨੂੰ ਕਿੰਨੇ ਦ੍ਰਿੜ ਚਿੱਤ ਹੋਣ ਦੀ ਲੋੜ ਹੈਗੀ ਆ। ਮਸਲਾ ਸਿਰਫ ਖੇਤੀ ਬਿੱਲਾਂ ਤੱਕ ਹੀ ਨਹੀਂ ਰੁਕਣਾ। ਜਿਹੜੀ ਖੇਤੀ ਮੰਡੀਆਂ ਦੇ ਵਿੱਚ ਖਰੀਦ ਹੁੰਦੀ ਹੈ, FCI ਫੂਡ ਕਾਰਪੋਰੇਸ਼ਨ ਆਫ ਇੰਡੀਆ ਕਰਦੀ ਆ, ਉਹ ਕਿੰਨੇ ਲੱਖ ਕਰੋੜ ਦੀ ਕਰਜ਼ਾਈ ਹੋ ਚੁੱਕੀ ਹੈ, ਗੱਲਾਂ ਦੇਖਣ ਵਾਲੀਆਂ ਆ। ਜੇ ਉਹੋ ਜਿਹੀਆਂ ਸੰਸਥਾਵਾਂ ਹੀ ਫੇਲ ਹੋ ਜਾਂਦੀਆਂ ਤਾਂ ਜਿਹੜੀ ਖਰੀਦ ਕੌਣ ਕਰੂਗਾ। ਸੋ ਮਤਲਬ ਕਿ ਖੇਤੀ ਬਿੱਲਾਂ ਤੋਂ ਬਾਅਦ ਵੀ ਇਹ ਸੰਘਰਸ਼ ਜਿਹੜਾ ਆ ਉਹ ਜਾਰੀ ਰਹਿਣਾ ਆ। ਬਹੁਤ ਵੱਡੀ ਜਿਹੜੀ ਇੱਕ ਸਾਜ਼ਿਸ਼ ਘੜੀ ਗਈ ਆ, ਕਿਤੇ ਨਾ ਕਿਤੇ ਪੰਜਾਬ ਸਰਕਾਰ ਨੂੰ ਵਿੱਚ ਪੁੱਟ ਇਨ ਕਰਨਾ ਪੈਣਾ, ਜੰਪ ਇਨ ਹੋਣਾ ਪੈਣਾ ਕਿ ਜੇ ਕਿਸੇ ਵੇਲੇ ਭਾਰਤ ਸਰਕਾਰ ਜਿਹੜੀ ਆ ਉਹ ਖਰੀਦ ਤੋਂ ਹੱਥ ਖੜੇ ਕਰਦੀ ਆ, FCI ਫੂਡ ਕਾਰਪੋਰੇਸ਼ਨ ਵਰਗੀਆਂ ਏਜੰਸੀਆਂ ਫੇਲ ਹੋ ਜਾਂਦੀਆਂ, ਤਾਂ ਫਿਰ ਕੀ ਰੂਟ ਅਪਣਾਉਣਾ। ਫਿਰ ਪੰਜਾਬ ਨੇ ਆਪਣੀ ਫਸਲ ਕਿੱਥੇ ਵੇਚਣੀ ਆ, ਕੀ ਅਸੀਂ ਉਹ ਪ੍ਰਬੰਧ ਕੀਤਾ ਆ। ਉਹਦੇ ਵਾਸਤੇ ਇੱਕ ਸੋਲਿਡ ਸਟੈਂਡ ਜਿਹੜੇ ਆ ਪੰਜਾਬ ਸਰਕਾਰ ਜਿਹੜੀ ਵੀ ਹੋਊਗੀ ਉਹਨੂੰ ਲੈਣੇ ਪੈਣਗੇ। ਹੋਰ ਮੁਲਕਾਂ ਤੱਕ ਰਾਬਤਾ ਜਿਹੜਾ ਆ ਉਹ ਕਾਇਮ ਕਰਨਾ ਪਊਗਾ, ਤਾਂ ਸਾਡਾ ਜਾ ਕੇ ਬਚਾਅ ਹੋ ਜਾਣਾ ਆ। ਅਤੇ ਬਾਕੀ ਪੰਜਾਬੀਆਂ ਦੇ ਵੱਖਰੇ ਸੁਭਾਅ ਅਤੇ ਚੜ੍ਹਦੀ ਕਲਾ ਤੋਂ ਈਰਖਾ ਖਾਂਦੀ ਸੋਚ ਦੀ ਇਹ ਜ਼ਿੱਦ ਆ ਕਿ ਅਸੀਂ ਇਹਨਾਂ ਨੂੰ ਘਸਿਆਰੇ ਬਣਾ ਕੇ ਹਟਣਾ ਆ, ਪੰਜਾਬੀਆਂ ਨੂੰ ਆਪਣੇ ਵਰਗਾ ਬਣਾ ਕੇ ਹਟਣਾ ਆ। ਪਰ ਪੰਜਾਬੀ ਇਹ ਜ਼ਿੱਦ ਜਿਹੜੀ ਆ ਪੂਰੀ ਨਹੀਂ ਹੋਣ ਦੇ ਰਹੇ। ਉਹਨਾਂ ਦਾ ਜਿਹੜਾ ਇੱਕ ਕੌਮ ਇੱਕ ਭਾਰਤ ਜਿਹੜਾ ਸੁਪਨਾ ਉਹਨਾਂ ਨੇ ਸਿਰਜਿਆ ਹੋਇਆ ਆ, ਉਹ ਸੁਪਨਾ ਪੂਰਾ ਨਹੀਂ ਹੋਣ ਦੇ ਰਹੇ। ਇਹ ਲੋਕ ਜਿਹੜੇ ਇੰਨੀ ਸੌੜੀ ਸੋਚ ਰੱਖਦੇ ਆ, ਇਹ ਗੁਰੂ ਸਾਹਿਬ ਵੱਲੋਂ ਦਿੱਤੀਆਂ ਸਿੱਖਿਆਵਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਦੇ। ਇਹ ਸਾਡੇ ਲੰਗਰ 'ਤੇ ਵੀ ਅੱਖ ਰੱਖਦੇ ਆ, ਸਾਡੀ ਸਾਂਝੀਵਾਲਤਾ 'ਤੇ ਵੀ ਅੱਖ ਰੱਖਦੇ ਆ, ਸਾਡੀ ਸੇਵਾ ਵੀ ਇਹਨਾਂ ਨੂੰ ਅੱਤਵਾਦ ਲੱਗਦੀ ਆ। ਸਾਡੀ ਵਿਲੱਖਣ ਹਸਤੀ ਆਜ਼ਾਦ ਸੋਚ ਦੇ ਉੱਤੇ ਇਹਨਾਂ ਨੂੰ ਕਿੰਤੂ ਆ। ਸਾਂਝੀਵਾਲਤਾ ਜਿਹੜੀ ਸਾਡੀ ਆ, ਜਿਹੜੀ ਕਿ ਇਹਨਾਂ ਦੇ ਵਰਨ ਵੰਡ ਦੇ ਉੱਤੇ, ਮਨੂਵਾਦ ਦੇ ਉੱਤੇ ਚੋਟ ਕਰਦੀ ਆ, ਉਹ ਇਹਨਾਂ ਨੂੰ ਦੁਸ਼ਮਣ ਲੱਗਦੀ ਆ। ਸੋ ਇਹਨਾਂ ਦਾ ਨਿਸ਼ਾਨਾ ਇਹੀ ਆ ਕਿ ਪੰਜਾਬ ਘਸਿਆਰਾ ਬਣੇ। ਜਿਵੇਂ ਬਾਕੀ ਸੂਬਿਆਂ ਦੇ ਵਿੱਚ ਕਿਸਾਨ ਜਿਹੜੇ ਆ ਉਹ ਹੱਥ ਫੈਲਾ ਕੇ ਭੀਖ ਮੰਗ ਰਹੇ ਆ, ਇੱਦਾਂ ਪੰਜਾਬ ਹਰਿਆਣੇ ਦੇ ਕਿਸਾਨ ਵੀ ਗਰੀਬ ਹੋਣ, ਇਹ ਸਾਡੇ ਮੂਹਰੇ ਰੋਟੀ ਦਾਲ ਆਟੇ ਵਾਸਤੇ ਭੀਖ ਮੰਗਣ, ਅਤੇ ਅਸੀਂ ਇਹਨਾਂ ਦੇ ਕਟੋਰੇ ਦੇ ਵਿੱਚ ਕੁਝ ਚੀਜ਼ਾਂ ਪਾ ਕੇ ਆਸਾਨ ਕਰੀਏ। ਪਰ ਇਹ ਪੰਜਾਬ ਆ, ਇਹ ਪੰਜਾਬ ਦੇ ਖੂਨ ਦੇ ਵਿੱਚ ਆ ਕਿ ਇਹ ਆਪਣੇ ਹੱਕ ਜਿਹੜੇ ਆ ਬੜੀ ਸੋਹਣੀ ਤਰ੍ਹਾਂ ਖੋਹਣਾ ਜਿਹੜੇ ਆ ਜਾਣਦੇ ਆ, ਅਤੇ ਜਿੱਥੇ ਵੀ ਜਾਂਦੇ ਆ ਉੱਥੇ ਆਪਣਾ ਨਾਂ ਬਣਾ ਕੇ ਆਉਂਦੇ ਆ। ਪੰਜਾਬ ਗੁਰਾਂ ਦੇ ਨਾਂ 'ਤੇ ਵੱਸਦਾ ਆ। ਉਹਨਾਂ ਦਾ ਸੁਪਨਾ, ਉਹਨਾਂ ਸੋਚਾਂ ਦਾ ਸੁਪਨਾ ਕਦੀ ਪੂਰਾ ਨਹੀਂ ਹੋਣਾ। ਇੱਥੇ ਲੰਗਰ ਵਰਤਦੇ ਰਹਿਣਗੇ, ਸੇਵਾ ਚੱਲਦੀ ਰਹਿਣੀ ਆ, ਖੇਤੀ ਹੁੰਦੀ ਰਹਿਣੀ ਆ, ਬਾਣੀ ਦਾ ਪ੍ਰਵਾਹ ਵੀ ਚੱਲਦਾ ਰਹਿਣਾ ਆ। ਉਲਟਾ ਪੰਜਾਬੀ ਜੇ ਦਿੱਲੀ ਦੇ ਵਿੱਚ ਅੱਜ ਬੈਠੇ ਆ ਤਾਂ ਉੱਥੇ ਜਾ ਕੇ ਵੀ ਲੋਕਾਂ ਦੇ ਮਨ ਜਿੱਤ ਰਹੇ ਆ, ਦਿਲ ਜਿੱਤ ਰਹੇ ਆ, ਜਿਹਦੀ ਮਿਸਾਲ ਇਹ ਵੀਡੀਓ ਅਸੀਂ ਤੁਹਾਨੂੰ ਦਿਖਾਉਂਦੇ ਹਾਂ। कल हमारे को जैसे कि एक तारीख फाइनली है कि 1 तारीख को हमें शॉप का किराया देना ही होता है। न देने के बाद बहुत ज्यादा 90 से 99% उम्मीद हो जाता है कि ताला लग जाएगा। हम इस डिप्रेशन में रहते हैं। तो और तो बीत गया, पर ये 1 तारीख आने वाला है। हम काफी डिप्रेशन में बैठे हुए थे, मालिक की तरफ से भी कि कैसे देंगे, किराया है भी नहीं कुछ। वो 4 लड़के आगे शॉप के आगे खड़े होकर वो सब सुन रहे थे। फिर हम बैठ गए तो बोले, आंटी आपके चेहरे पे तो केवल हंसी अच्छा लगता है, आप ऐसे मायूस क्यों बैठी हो? हमने ऐसे ही बेटा। तो नहीं क्या बात है? हमने बेटा 1 तारीख आ गया और है नहीं कुछ, अब पूरा आसार है कि शायद 1 तारीख को शॉप में ताला लग जाएगा, तो शायद अब हम रह भी नहीं पाएंगे यहाँ। ऐसे में वो लड़के से बोली,
वो लड़का 2 घंटे के बाद वो ही मुझे फाइनली लगता है कि मुझे वही लड़के थे। वो लड़के आए, मुझे 500 रुपए दिए। आपको शक्ल नहीं याद? मुझे शक्ल याद नहीं, क्योंकि सबका चेहरा मिलता जुलता है, मैं पहचानूंगी भी नहीं अगर मेरे सामने भी खड़ा हो जाए तो। और बोला आंटी मुझे चाय दे दो। हमने बेटा जी अंदर बैठ के चाय पी लो आप। नहीं पिया। बोला नहीं आंटी जल्दी में है। मैं चाय दी और चेंज कराने जा रही थी तब तक उसने मुझे रोक दिया। बोला नहीं आंटी मुझे जरूरत है, मैं अंदर से आके फिर पैसे लूंगा। वो लड़का आया ही नहीं। ऐसे ही 2 जने और किए। एक और जल्दी में आया और मुझे पैसे दे दिया 100 रुपए। आंटी सामान पैक कर दो। हमने क्या पैक करूं बेटा, समोसे निकाल रही हूँ गरम गरम पैक कर दूं। बोला कुछ भी करो आंटी, और वो भी चला गया। वो यहीं के किसान थे इसी आंदोलन? किसान ही थे वो, पंजाबी ही थे और किसान ही थे। एक नया चेहरा, ऐसा लगता है जैसे समुद्र की गहराई को कोई नहीं जान पाएगा, ऐसे ही इन लोगों के चेहरे हैं कि कोई जान नहीं पाएगा। जिसको जैसे समझ में आ रहा, मुझे ऐसा फील हुआ कि जिसको जिस तरीके से शायद समझ में आ रहा उस तरीके से मेरा मदद करना चाहता है। ये लोग चाहते हैं। जब मैं अपने बच्चों का फीस भरी तो मैं अपने बच्चों से बैठ के बात कर रहे थे और हम खाना खा रहे थे, तो मेरे बच्चे बोले कि मम्मी एक बात पूछूं। हमने पूछो बेटा। तो मम्मी जन्नत आसमान में है या धरती पे? फिर मेरी लड़की बोली, मेरा लड़का ऐसे कहा तो मेरी लड़की क्या बोली कि भैया जन्नत आसमान पे नहीं है, धरती में नहीं, पंजाब में है। कि आज पंजाब के ही सपोर्ट ऐसा मिला कि आज हम लोग का फीस भरा गया। ਸੋ ਇਹ ਹੈ ਪੰਜਾਬੀਆਂ ਦੀ ਚੜ੍ਹਦੀ ਕਲਾ, ਇਹ ਹੈ ਉਹਦੀ ਉਦਾਹਰਨ। ਸੋ ਇਹ ਚੜ੍ਹਦੀ ਕਲਾ ਜਿਹੜੀ ਆ ਇਹ ਹਮੇਸ਼ਾ ਰਹਿਣੀ ਹੀ ਰਹਿਣੀ ਆ, ਕਿਉਂਕਿ ਸਾਡੇ ਖੂਨ ਦੇ ਵਿੱਚ ਆ, ਇਹ ਸਾਡੀਆਂ ਕੁਲਾਂ ਤੋਂ ਚੱਲਦੀ ਆਈ ਆ, ਇਹ ਗੁਰੂਆਂ ਦੀ ਬਖਸ਼ਿਸ਼ ਹੈਗੀ ਆ। ਇਸ ਚੜ੍ਹਦੀ ਕਲਾ ਨੇ ਵਰਤਣਾ ਹੀ ਵਰਤਣਾ ਆ। ਜਿੱਥੇ ਪੰਜਾਬੀਆਂ ਨੇ ਜਾਣਾ ਆ ਉੱਥੇ ਲੋਕਾਂ ਦੇ ਦਿਲ ਜਿਹੜੇ ਆ ਉਹ ਜਿੱਤਣੇ ਆ, ਕਿਉਂਕਿ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ। ਸਾਨੂੰ ਕਿਸੇ ਦਾ ਹੱਕ ਨਹੀਂ ਚਾਹੀਦਾ, ਪਰ ਅਸੀਂ ਕਿਸੇ ਦਾ ਹੱਕ ਨਾ ਖਾਣਾ ਆ, ਪਰ ਆਪਣਾ ਹੱਕ ਨਾਲ ਖੋਣ ਵੀ ਨਹੀਂ ਦੇਣਾ ਹੈਗਾ। ਅਤੇ ਇਸ ਕਿਸਾਨ ਮੋਰਚੇ ਦੇ ਬਹੁਤ ਫਾਇਦੇ ਹੋਏ ਆ, ਜਿਵੇਂ ਕਿ ਜਿਹੜੇ 25-30 ਸਾਲ ਦੇ ਨੌਜਵਾਨ ਭਾਰਤ ਵਿੱਚ ਜਨਮੇ ਸੀ, ਉਹਨਾਂ ਨੂੰ ਪੰਜਾਬੀਆਂ ਦੇ ਖਾਸੇ ਦਾ ਨਹੀਂ ਸੀ ਪਤਾ ਕਿ ਵੱਖਰੇ ਕਿਵੇਂ ਹੁੰਦੇ ਆ। ਸੋ ਇਸ ਮੋਰਚੇ ਤੋਂ ਉਹਨਾਂ ਨੂੰ ਪਤਾ ਲੱਗਾ। ਸਾਡੀ ਆਪਣੀ ਔਲਾਦ ਵਿਦੇਸ਼ਾਂ ਵਿੱਚ ਵਸ ਰਹੀ, ਉਹਨੂੰ ਸਮਝਾਇਆ ਨਹੀਂ ਸੀ ਜਾ ਸਕਦਾ ਕਿ ਪੰਜਾਬ ਕੀ ਚੀਜ਼ ਆ, ਤੁਸੀਂ ਪੰਜਾਬ ਦੇ ਨਾਲ ਕਿਉਂ ਜੁੜਨਾ ਆ। ਇਸ ਮੋਰਚੇ ਨੇ ਉਹਨਾਂ ਨੂੰ ਖੁਦ ਬਖੁਦ ਜੋੜ ਦਿੱਤਾ। ਅੱਜ ਜਿਹੜੀਆਂ ਗੱਲਾਂ ਵੱਡਿਆਂ ਲੋਕਾਂ ਨੂੰ ਨਹੀਂ ਪਤਾ, ਉਹ ਬੱਚਿਆਂ ਨੂੰ ਇੱਥੇ ਪਤਾ ਆ। ਉਹ ਖੁਦ ਆਪਣੇ ਘਰਦਿਆਂ ਨੂੰ ਦੱਸ ਰਹੇ ਆ ਕਿ ਸਾਡਾ ਪੰਜਾਬ ਜਾਣ ਨੂੰ ਜੀ ਕਰਦਾ ਆ, ਪੰਜਾਬ ਦੇ ਸੰਘਰਸ਼ 'ਚ ਖੜ੍ਹਨ ਨੂੰ ਜੀ ਕਰਦਾ ਆ। ਸੋ ਇੱਥੇ ਹੀ ਸਮਾਪਤੀ ਕਰਦੇ ਹਾਂ ਇਸ ਸਾਲ ਦਾ ਅਖੀਰਲਾ ਪ੍ਰੋਗਰਾਮ। ਬਹੁਤ ਸਾਰੀਆਂ ਭੁੱਲਾਂ ਚੁੱਕਾਂ ਹੋਈਆਂ ਹੋਣਗੀਆਂ ਇਸ ਸਾਲ ਦੇ ਵਿੱਚ। ਤੁਹਾਤੋਂ ਹੱਥ ਜੋੜ ਕੇ ਖਿਮਾ ਦਾ ਜਾਚਕਾਂ ਜੇ ਕਿਸੇ ਦਾ ਦਿਲ ਦਿਖਾਇਆ ਹੋਵੇ, ਪਰ ਨਾਲ ਦੀ ਨਾਲ ਅਰਦਾਸ ਆ ਕਿ ਨਵਾਂ ਸਾਲ ਜਿਹੜਾ ਆ ਉਹ ਆਪ ਸਭ ਲਈ ਬਹੁਤ ਹੀ ਚੜ੍ਹਦੀ ਕਲਾ ਵਾਲਾ ਹੋਵੇ। 2021 ਬਹੁਤ ਹੀ ਤੰਦਰੁਸਤੀਆਂ ਭਰਿਆ ਹੋਵੇ, ਹਰੇਕ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ। ਚੰਗੀ ਸੋਚ ਜਿਹੜੀ ਆ ਉਹ ਅੱਗੇ ਵਧੇ, ਮਾੜੀ ਸੋਚ ਦਾ ਅੰਤ ਹੋਵੇ, ਜ਼ਾਲਮ ਦਾ ਨਾਸ ਹੋਵੇ, ਮਜ਼ਲੂਮਾਂ ਦੀ ਸੁਣੀ ਜਾਵੇ, ਕੌਮ ਲਈ ਸੰਘਰਸ਼ ਕਰਨ ਵਾਲਿਆਂ ਦੀ ਚੜ੍ਹਦੀ ਕਲਾ ਹੋਵੇ। ਗੁਰੂ ਮਹਾਰਾਜ ਸਭ ਦੇ ਅੰਗ ਸੰਗ ਰਹਿਣ, ਸਮੱਤ ਬਖਸ਼ਣ, ਗੁਲਾਮ ਮਾਨਸਿਕਤਾ ਤੋਂ ਛੁਟਕਾਰਾ ਮਿਲੇ, ਮਾਨਸਿਕ ਅਤੇ ਸਰੀਰਕ ਗੁਲਾਮੀ ਜਿਹੜੀ ਆ ਉਹ ਤੋਂ ਛੁਟਕਾਰਾ ਹੋਵੇ। ਗੁਰੂ ਮਹਾਰਾਜ ਹਰ ਪ੍ਰਕਾਰ ਦੀ ਆਜ਼ਾਦੀ ਬਖਸ਼ਣ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।